क्षमादान। रेडियो पंजाब टुडे सुनने वाले तमाम ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਮੰਗਲਵਾਰ, ਤਰੀਕ ਆ 12 ਮਈ ਤੇ ਸ਼ਾਮ ਦੇ 5:30 ਹੋਏ ਨੇ। ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 5:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਲਿਸਨਰਸ ਅਤੇ ਜਗਜੀਤ ਸਿੰਘ ਲੰਡਨ ਤੋਂ। ਸੋ ਪ੍ਰੋਗਰਾਮ ਦੇ ਵਿੱਚ ਅਸੀਂ ਬੜੀਆਂ ਅਹਿਮ ਖਬਰਾਂ ਦੇ ਉੱਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਟਿੱਪਣੀਆਂ ਕਰਦੇ ਨੇ। ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਖਾਸ ਕਰਕੇ ਪੰਜਾਬ ਸਿੱਖ ਪਾਰਲੀਮੈਂਟ ਯਾਨੀ ਕਿ SGPC 'ਚ ਕੀ ਵਾਪਰਦਾ ਉਹਦੇ ਉੱਤੇ ਚਰਚਾ ਕਰਦੇ ਨੇ। ਪੰਜਾਬ ਭਰ ਤੋਂ ਸਾਡੇ ਪੱਤਰਕਾਰ ਸਾਹਿਬਾਨ ਆਉਂਦੇ ਨੇ। ਸੋਮਵਾਰ ਨੂੰ ਜਿਵੇਂ ਕੱਲ੍ਹ ਡਾਕਟਰ ਸ਼ਿੰਦਰ ਕੌਰ ਹੋਰੀ ਆਏ, ਇਸੇ ਤਰ੍ਹਾਂ ਸਾਡੇ ਹੋਰ ਮਹਿਮਾਨ ਵੀ ਇਹ ਪੰਜਾਬ ਟੁਡੇ ਦੇ ਲਿਸਨਰਸ ਦੇ ਰੂਬਰੂ ਹੁੰਦੇ ਨੇ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੀਆਂ ਕੁਝ ਅਹਿਮ ਖਬਰਾਂ ਤੋਂ, ਫਿਰ ਅੱਗੇ ਤੱਕ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਉਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਸੂਬਿਆਂ 'ਚ ਭੇਜਣ ਦੀ ਪਹਿਲ ਕੀਤੀ ਹੈ, ਜੋ ਕਿ ਇਸ ਮੌਕੇ ਆਪਣੇ ਪਰਿਵਾਰ ਕੋਲ ਜਾਣਾ ਚਾਹੁੰਦੇ ਹੁੰਦੇ। ਇਸ ਕੋਸ਼ਿਸ਼ ਤਹਿਤ ਅੰਮ੍ਰਿਤਸਰ ਤੋਂ 5ਵੀਂ ਰੇਲ ਗੱਡੀ ਆਜਮਗੜ੍ਹ ਲਈ ਰਵਾਨਾ ਹੋਈ ਹੈ। ਗੱਡੀ 'ਚ 1200 ਮੁਸਾਫਰਾਂ ਨੂੰ ਉਹਨਾਂ ਦੇ ਘਰੇ ਭੇਜਿਆ ਗਿਆ। ਵਿਸ਼ੇਸ਼ ਗੱਲ ਇਹ ਹੈ ਕਿ ਲਾਕਡਾਊਨ ਮੌਕੇ ਪੰਜਾਬ ਵਿੱਚੋਂ ਚੱਲ ਰਹੀਆਂ ਸਾਰੀਆਂ ਵਿਸ਼ੇਸ਼ ਗੱਡੀਆਂ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ। ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ 'ਚ ਜੇਰੇ ਇਲਾਜ ਇੱਕ ਹੋਰ ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਮੌਤ ਹੋ ਗਈ ਹੈ। ਇਹ ਮਰੀਜ਼ 32 ਸਾਲਾ ਨੌਜਵਾਨ ਸੀ। ਇਸ ਨੂੰ ਸਾਹ ਲੈਣ 'ਚ ਤਕਲੀਫ ਹੋਈ, ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਪੁਸ਼ਟੀ ਕੀਤੀ ਗਈ ਹੈ। ਦੱਸਿਆ ਗਿਆ ਮਰੀਜ਼ HIV ਤੋਂ ਵੀ ਪੀੜਤ ਸੀ ਤੇ ਉਸ ਨੂੰ TB ਵੀ ਸੀ। ਮਹਾਰਾਸ਼ਟਰ ਦੇ ਥਾਣੇ 'ਚ ਪੁਲਿਸ ਨੇ ਭਾਜਪਾ ਦੇ ਕੌਮੀ ਅਤੇ ਵਿਵਾਦਗ੍ਰਸਤ ਬੁਲਾਰੇ ਸੰਬਿਤ ਪਾਤਰਾ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੰਬਿਤ ਪਾਤਰਾ ਵੱਲੋਂ ਕਈ ਇਤਰਾਜ਼ਯੋਗ ਟਵੀਟ ਕਰਨ ਦੇ ਚੱਲਦਿਆਂ ਮਾਮਲਾ ਦਰਜ ਹੋਇਆ। ਮਾਮਲਾ ਮਹਾਰਾਸ਼ਟਰ ਯੂਥ ਕਾਂਗਰਸ ਦੇ ਜਨਰਲ ਸਕੱਤਰ ਬ੍ਰਿਜ ਕਿਸ਼ੋਰ ਦੱਤ ਦੀ ਸ਼ਿਕਾਇਤ 'ਤੇ ਕੀਤਾ ਗਿਆ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਹੈ ਜੀ। ਇਸ ਮੌਕੇ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਵੱਲੋਂ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਖੇ ਫਰੰਟ ਲਾਈਨ 'ਤੇ ਕੰਮ ਕਰ ਰਹੀਆਂ ਨਰਸਾਂ ਨੂੰ ਸਨਮਾਨਿਤ ਕੀਤਾ। ਤੇ ਮੋਹਾਲੀ ਤੋਂ ਖਬਰ ਆ ਰਹੀ ਹੈ, ਜਿੱਥੇ ਇੱਕ ਕਰੋਨਾ ਪੀੜਤ ਸਿਹਤਯਾਬਤ ਹੋਣ ਮਗਰੋਂ ਉਸ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਇਸ ਜਾਣਕਾਰੀ ਦਿੰਦੇ ਸਿਵਲ ਸਰਜਨ ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ ਵਿਚਲੇ ਪਿੰਡ ਜਗਤਪੁਰਾ ਦਾ ਇਹ ਮਰੀਜ਼ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਦਾਖਲ ਸੀ। ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ। ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਸਾਡੇ ਨਾਲ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਮਜ਼ਦੂਰਾਂ ਦੀ ਗੱਲ ਆਪਾਂ ਥੋੜ੍ਹੀ ਦੇਰ ਰੁਕ ਕੇ ਕਰਦੇ ਹਾਂ। ਮਜ਼ਦੂਰਾਂ ਨਾਲ ਕਹਿੰਦੇ ਜੋ ਬੀਤਣੀ ਹੈ ਉਹ ਪਤਾ ਨਹੀਂ ਕੀ ਹੋਣਾ, ਪਰ ਅਰਨਬ ਗੋਸਵਾਮੀ ਦੇ ਉੱਤੇ ਕਹਿੰਦੇ ਜਿਹੜੇ ਮਾਮਲੇ ਦਰਜ ਹੋਏ ਹੈ, ਕਹਿੰਦੇ ਬੜਾ ਤੇਜ਼ੀ ਨਾਲ ਉੱਤੇ ਸੁਣਵਾਈਆਂ ਹੋ ਰਹੀਆਂ ਨੇ ਸੁਪਰੀਮ ਕੋਰਟ ਦੇ ਵਿੱਚ। ਬਿਲਕੁਲ ਜੀ। ਅਰਨਬ ਗੋਸਵਾਮੀ ਨੇ ਸਭ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਕਿ ਮਹਾਰਾਸ਼ਟਰ ਦੇ ਵਿੱਚ ਪਾਲਘਰ ਦੀ ਜਗ੍ਹਾ 'ਤੇ ਇੱਕ ਇਨਸੀਡੈਂਟ ਹੋਈ ਸੀ, ਇੱਕ ਘਟਨਾ ਵਾਪਰੀ ਸੀ। ਘਟਨਾ ਕੀ ਸੀ ਕਿ ਦੋ ਸਾਧੂ ਜੀ ਆਪਣੇ ਇੱਕ ਡਰਾਈਵਰ ਨਾਲ ਗੱਡੀ ਦੇ ਵਿੱਚ ਬੈਠ ਕੇ ਜਾ ਰਹੇ ਸੀ। ਉਹਨਾਂ ਨੇ ਸੂਰਤ ਜਾਣਾ ਸੀ, ਲੇਕਿਨ ਉਹਨਾਂ ਨੇ ਰਾਹ ਜਿਹੜਾ ਹੈਗਾ ਅਸਲੀ ਰਾਹ ਜੇ ਉਹ ਜਾਂਦੇ ਸੀ ਤਾਂ ਪ੍ਰਵਾਨਗੀ ਜ਼ਰੂਰੀ ਸੀ। ਪ੍ਰਵਾਨਗੀ ਉਹਨਾਂ ਕੋਲ ਹੈ ਨਹੀਂ ਸੀ। ਸੋ ਜਿਵੇਂ ਹੁੰਦਾ ਕਿ ਆ ਟੁੱਟਵੇਂ ਰਾਹਾਂ ਬੀਤੀ, ਪਿੰਡਾਂ ਵਾਲੇ ਰਾਹਾਂ ਬੀਤੀ, ਉਧਰ ਦੀ ਉਹ ਨਿਕਲ ਗਏ। ਜਦੋਂ ਉਧਰ ਦੀ ਨਿਕਲੇ, ਜਦੋਂ ਆਦਿਵਾਸੀ ਇਲਾਕੇ, ਜੰਗਲੀ ਇਲਾਕੇ ਵਿੱਚ ਟੱਪਣ ਲੱਗੇ ਜੀ, ਉੱਥੇ ਉਹਨਾਂ ਨੂੰ ਚੈਕਿੰਗ ਲਈ ਰੋਕ ਲਿਆ ਜੰਗਲਾਤ ਵਿਭਾਗ ਵਾਲਿਆਂ ਨੇ। ਇਸੇ ਸਮੇਂ ਦੌਰਾਨ ਕਿਉਂਕਿ ਉਸ ਇਲਾਕੇ ਦੇ ਵਿੱਚ ਇਹ ਅਫਵਾਹ ਫੈਲੀ ਹੋਈ ਸੀ ਕਿ ਬੱਚੇ ਚੱਕਣ ਵਾਲਾ ਗਰੋਹ ਇੱਕ ਸਾਧੂਆਂ ਦੇ ਭੇਖ ਫਿਰਦਾ ਹੈ ਜੀ, ਤੇ ਜਿਹੜੇ ਆਦਿਵਾਸੀ ਲੋਕ ਸੀ ਉਹਨਾਂ ਨੇ ਆ ਕੇ ਹਮਲਾ ਕਰਤਾ। ਇੰਨੀਆਂ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਦੇ ਕਿ ਤਿੰਨੇ ਹੀ ਮਰ ਗਏ। ਅੱਛਾ ਜੀ। ਤੇ ਫਿਰ ਰੌਲਾ ਪੈ ਗਿਆ। ਰੌਲਾ ਪੈ ਗਿਆ ਜੀ, ਕਿਹਨੇ ਮਾਰਤੇ। ਜਿਹੜੀ ਟਰੋਲਿੰਗ ਟੀਮ ਹੈ, IT ਸੈੱਲ ਹੈ BJP ਦਾ, ਉਹਨਾਂ ਨੇ ਚੱਕ ਕੇ ਸਾਰੇ ਦਾ ਸਾਰਾ ਇਹ ਮਾਮਲਾ ਮੁਸਲਮਾਨਾਂ ਦੇ ਸਿਰ ਮੜ੍ਹਨ ਦਾ
ਯਤਨ ਕਰਤਾ ਉਹਦਾ। ਲੇਕਿਨ ਜਦੋਂ ਉੱਥੋਂ ਦੀ ਸਰਕਾਰ ਨੇ ਸਾਰਾ ਕੁਝ ਦੇਖਿਆ ਤੇ ਸਰਕਾਰ ਨੇ ਕਹਿਤਾ ਜੀ ਨਹੀਂ, ਇਹ ਤਾਂ ਜਿਹੜਾ ਹੈਗਾ ਆਦਿਵਾਸੀਆਂ ਨੇ ਕੀਤਾ, ਤੇ ਉਸ ਪਿੰਡ ਦੀ ਜਿਹੜੀ ਸਰਪੰਚ ਬੀਬੀ ਹੈ ਜੀ ਉਹ ਵੀ ਬੀਜੇਪੀ ਨਾਲ ਸੰਬੰਧਿਤ ਹੈ ਤੇ ਜ਼ਿਆਦਾਤਰ ਲੋਕ ਉਹਦੇ ਚ ਬੀਜੇਪੀ ਦੇ 100 ਤੋਂ ਉੱਪਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜੀ। ਲੇਕਿਨ ਅਰਨਬ ਗੋਸਵਾਮੀ ਤੁਹਾਨੂੰ ਪਤਾ ਵੀ ਇੱਕ ਰਿਪਬਲਿਕ ਭਾਰਤ ਨਾਂ ਦਾ ਟੀਵੀ ਚਲਾਉਂਦਾ ਹੈ। ਸਧਾਰਨ ਇੱਕ ਰਿਪੋਰਟਰ ਸੀ ਤੇ ਚਲਦਿਆਂ ਚਲਾਉਂਦਿਆਂ ਵਫਾਦਾਰੀਆਂ ਚੇਂਜ ਕਰਦਿਆਂ ਕਿਸੇ ਜ਼ਮਾਨੇ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਦਾ ਇਹ ਆਲੋਚਕ ਸੀ ਜੀ। ਬਾਅਦ ਦੇ ਵਿੱਚ ਫਿਰ ਨੇੜਤਾ ਹੋ ਗਈ। 16-17 ਦੇ ਵਿੱਚ ਆ ਕੇ ਇਹਨਾਂ ਨੇ ਇੱਕ ਆਪਣਾ ਟੀਵੀ ਚੈਨਲ ਸ਼ੁਰੂ ਕਰ ਲਿਆ। ਅੱਛਾ ਜੀ। ਉਸ ਟੀਵੀ ਚੈਨਲ ਦੇ ਉੱਤੇ ਡਿਬੇਟ ਲਈ ਨੇ ਕੁਝ ਬੰਦੇ ਬੁਲਾ ਲਏ, ਕਾਂਗਰਸ ਪਾਰਟੀ ਦਾ ਵੀ ਇੱਕ ਕੋਈ ਸਾਧੂਆਂ ਵਰਗਾ ਬੰਦਾ ਉਹ ਬੁਲਾ ਲਿਆ। ਅੱਛਾ ਜੀ। ਤੇ ਉਹ ਬੋਲਦਾ ਬੜਾ ਤਿੰਗ ਕੇ ਅਰਨਬ ਗੋਸਵਾਮੀ, ਜਿੰਨਾ ਮਤਲਬ ਜਿਵੇਂ ਕਹਿੰਦਾ ਨਾ ਵੀ ਪੂਰਾ ਜਿਵੇਂ ਬੋਤਾ ਨਹੀਂ ਕਰਦਾ ਹੁੰਦਾ ਜਦੋਂ ਹਲਕ ਸੁੱਕੀ ਮਿੱਟੀ 'ਚ ਜੁੜਿਆ ਹੋਵੇ ਆਪਣਾ ਉਵੇਂ ਅਰਡਾਉਂਦਾ ਹੁੰਦਾ। ਹਾਂ ਉਹ ਇਸ ਤਰ੍ਹਾਂ ਬੁੜਕਦਾ ਵੀ ਹੈ ਤੇ ਅਰਡਾਉਂਦਾ ਵੀ ਹੈ। ਉਹਨੂੰ ਵਾਰ-ਵਾਰ ਪੁੱਛੀ ਜਾਵੇ ਕਿ ਤੁਹਾਡੀ ਜਿਹੜੀ ਹੈਗੀ ਹੈ ਪ੍ਰਧਾਨ ਸੋਨੀਆ ਗਾਂਧੀ, ਉਹ ਬੋਲੀ ਕਿਉਂ ਨਹੀਂ ਜੀ। ਤੇ ਗਾਂ ਸੁਣ ਵੱਟਾ ਉਹ ਸੀ ਜਿਹੜਾ ਲੀਡਰ ਸੀ, ਮੇਰੇ ਖਿਆਲ ਬੁਲਾਉਂਦੇ ਉਹੋ ਜਿਹੇ ਬੁਲਾਉਂਦੇ, ਦੂਜੇ ਨੂੰ ਤਾਂ ਬੁਲਾਉਂਦੇ ਨਹੀਂ। ਤਾਂ ਆਪਾਂ ਨੂੰ ਵੇਖਿਆ ਕਿ ਪੀਟੀਸੀ ਤੇ ਕਿਹੜੇ ਕਾਂਗਰਸੀਏ ਜਾਂਦੇ ਰਹੇ ਵੀ ਉਹਨਾਂ ਦੇ ਲੈਵਲ ਕਾਂਗਰਸ ਦਾ ਹੁੰਦਾ ਕੁਝ ਹੋਰ ਹੈ। ਹਾਂ, ਉਹਨੂੰ ਪੁੱਛੀ ਗਿਆ, ਉਹ ਆਪਦਾ ਸੁਣ ਵੱਟਾ ਬਣ ਕੇ ਬੈਠਾ ਰਿਹਾ। ਫਿਰ ਉਹ ਕਹਿੰਦਾ ਵੀ ਅਸਲ ਦੇ ਵਿੱਚ ਇਹ ਹੈ ਕਿ ਜੇ ਕੋਈ ਪਾਦਰੀ ਮਰਿਆ ਹੁੰਦਾ ਹਾਂਜੀ ਤਾਂ ਸੋਨੀਆ ਗਾਂਧੀ ਦਾ ਨਾਂ ਲਿਆ ਇਟਲੀ ਵਾਲੀ ਜਿਹੜਾ ਕੋਈ ਮੋਇਨਾ ਕੇ ਮਾਇਨੋ ਕੁਛ ਹੈ ਪੁਰਾਣਾ ਨਾਂ। ਹਾਂ, ਇਟਲੀ ਵਾਲੀ ਮਾਇਨੋ ਕਹਿੰਦਾ ਜਿਹੜੀ ਹੈਗੀ ਹੈ ਸੋਨੀਆ ਗਾਂਧੀ ਨਹੀਂ ਕਿਹਾ ਉਹਨੂੰ। ਉਹ ਕਹਿ ਕੇ ਕਹਿੰਦਾ ਜੀ ਉਹ ਜੇ ਕੋਈ ਪਾਦਰੀ ਮਾਰਿਆ ਹੁੰਦਾ ਨਾ ਤੇ ਉਹਨੇ ਧਰਤੀ ਅਸਮਾਨ ਇੱਕ ਕਰ ਦੇਣਾ ਸੀ ਜੀ। ਸਟੇਟਮੈਂਟਸ ਆ ਜਾਣੀਆਂ ਸੀ। ਹੁਣ ਸਟੇਟਮੈਂਟਸ ਉਹ ਕਿਉਂ ਨਹੀਂ ਦੇ ਰਹੀ? ਬੋਲਦਾ ਕਿਉਂ ਨਹੀਂ? ਤੇ ਉਹ ਸਾਧ ਜਾ ਬੈਠਾ ਰਿਹਾ ਚੁੱਪ ਕਰਕੇ ਜੀ। ਅਖੀਰ ਉਹ ਕਹਿੰਦਾ ਵੀ ਇਹ ਇਸ ਕਰਕੇ ਹੈ ਕਿਉਂਕਿ ਇੱਥੇ ਜਿਹੜੀ ਸਰਕਾਰ ਹੈ ਉਧਮ ਠਾਕਰੇ ਦੀ ਸ਼ਿਵ ਸੈਨਾ ਵਾਲੀ, ਉਹ ਸਰਕਾਰ ਬਣਾਉਣ ਦੇ ਵਿੱਚ ਕਾਂਗਰਸ ਦੇ ਨਾਲ ਨੈਸ਼ਨਲਿਸਟ ਕਾਂਗਰਸ ਪਾਰਟੀ ਵੀ ਹੈ ਜੀ। ਉਹਨਾਂ ਦੀ ਮੁੱਖ ਭੂਮਿਕਾ ਹੈ। ਕਹਿੰਦਾ ਵੀ ਉਹ ਇਸ ਕਰਕੇ ਹੈ ਕਿ ਉਹਨੇ ਇਟਲੀ ਦੇ ਵਿੱਚ ਜਾ ਕੇ ਦੱਸਣਾ ਕਿ ਆ ਦੇਖੋ ਜਿੱਥੇ ਮੈਂ ਸਰਕਾਰ ਬਣਾਈ ਹੈ ਉੱਥੇ ਹਿੰਦੂ ਸਾਧੂ ਮਾਰੇ ਜਾਂਦੇ ਜੀ, ਇਹ ਹੈ ਨਾ ਮੇਰੀ ਪ੍ਰਾਪਤੀ। ਇਹ ਉਹਨੇ ਆਪਦੀ ਪ੍ਰਾਪਤੀ ਦਰਜ ਕਰਾਉਣੀ ਸੀ ਔਰ ਉਹਨੇ ਪ੍ਰਾਪਤੀ ਉੱਥੇ ਦਰਜ ਕਰਾਤੀ ਹੋਣੀ ਹੈ ਜੀ। ਬੜਾ ਤਿੰਗ ਕੇ ਬੋਲਦਾ ਰਿਹਾ, ਉੱਚੀ ਰੌਲਾ ਪਾਉਂਦਾ ਰਿਹਾ। ਨਤੀਜਾ ਕੀ ਹੋਇਆ ਕਿ ਉੱਥੋਂ ਦੇ ਕੁਝ ਕਾਂਗਰਸੀਆਂ ਨੇ ਉਹਦੇ ਖਿਲਾਫ ਕੇਸ ਰਜਿਸਟਰ ਕਰਾਤਾ। ਅੱਛਾ ਜੀ। 2 ਲੜਕਿਆਂ ਨੇ ਜਿਹੜੇ ਯੂਥ ਕਾਂਗਰਸ ਦੇ ਲੜਕੇ ਸੀ, ਉਹਨਾਂ ਨੇ ਉਹਦੇ ਤੇ ਸਿਆਹੀ ਵਗੈਰਾ ਵੀ ਸਿੱਟਤੀ ਉਹਦੀ ਗੱਡੀ ਤੇ। ਉਹ ਸਿੱਟੀ ਹੈ ਜਾਂ ਕੀ ਹੋਇਆ ਉਹਦੇ ਵਿੱਚ ਆ ਕੇ ਤੇ ਉਹਨਾਂ ਦੇ ਉੱਤੇ FIR ਦਰਜ ਕਰਵਾਤੀ ਕਿ ਸਾਡੇ ਤੇ ਹਮਲਾ ਕੀਤਾ ਹੈ। ਲੇਕਿਨ ਪੁਲਿਸ ਨੇ ਇਨਵੈਸਟੀਗੇਸ਼ਨ ਦੇਖ ਲਿਆ ਕਿ ਹਮਲਾ ਨਹੀਂ, ਇਹ ਤਾਂ ਸਿਰਫ ਸਿਆਹੀ ਹੈ। ਲਓ ਜੀ, ਮਹਾਰਾਸ਼ਟਰ 'ਚ ਪਰਚਾ ਦਰਜ ਹੋ ਗਿਆ ਤੇ ਥਾਂ ਕਾਂਗਰਸੀਆਂ ਨੇ ਜਿੱਥੇ ਵੀ ਉਹਨਾਂ ਦੀਆਂ ਸਰਕਾਰਾਂ ਸੀ ਕੰਪਲੇਂਟਸ ਕੀਤੀਆਂ, FIR ਦਰਜ ਹੋਣ ਲੱਗੇ। ਪੰਜਾਬ ਦੇ ਵਿੱਚ ਵੀ 2-3 ਖੋਏ ਆ, ਮੇਰਾ ਖਿਆਲ ਇੱਕ ਬਟਾਲੇ ਹੋ ਗਿਆ ਸੀ, ਇੱਕ ਅਬੋਰ ਹੋਇਆ ਸੀ। ਤੇ ਇਹ ਅਰਨਬ ਗੋਸਵਾਮੀ ਨਾਲ ਦੀ ਨਾਲ ਸਿੱਧਾ ਸੁਪਰੀਮ ਕੋਰਟ ਪਹੁੰਚਦਾ ਹੈ। ਪ੍ਰੋਸੀਜਰ ਇਹ ਹੈ ਕਿ ਸੁਪਰੀਮ ਕੋਰਟ ਜੇ ਤੁਸੀਂ ਇੱਕ ਪਟੀਸ਼ਨ ਦਾਇਰ ਕਰਨੀ ਹੈ ਜੀ ਤਾਂ ਉਹ ਪਟੀਸ਼ਨ ਤੁਹਾਨੂੰ ਰਜਿਸਟਰੀ ਕੋਲੇ ਕਰਨੀ ਪੈਂਦੀ ਹੈ, ਭਾਵ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ। ਰਜਿਸਟਰਾਰ ਨੇ ਫਿਰ ਉਹ ਦੇਖਣਾ ਕਿ ਇਹਦੀ ਅਹਿਮੀਅਤ ਕਿੰਨੀ ਕੁ ਹੈ ਔਰ ਉਹ ਅਹਿਮੀਅਤ ਦੇ ਲਿਹਾਜ਼ ਨਾਲ ਫਿਰ ਉਹਨੇ ਜੱਜ ਸਾਹਿਬਾਨ ਨੂੰ ਜਿਹੜਾ ਧਿਆਨ ਲਿਆਉਣਾ, ਇਹਨਾਂ ਦੇ ਨੋਟਿਸ ਲੈ ਕੇ ਆਉਣਾ। ਫਿਰ ਉਹ ਬੈਂਚ ਬਣਨਾ ਕਿ ਕਿਹੜੇ ਬੈਂਚ ਦੇ ਕੋਲੇ ਇਸ ਚੀਜ਼ ਨੇ ਜਾਣਾ ਹੈ। ਹੁਣ ਦੇਸ਼ ਦੇ ਵਿੱਚ ਲਾਕਡਾਊਨ ਲੱਗਿਆ ਹੋਇਆ ਜੀ। ਲਾਕਡਾਊਨ ਦੇ ਮੱਦੇਨਜ਼ਰ ਜੀ ਸੁਪਰੀਮ ਕੋਰਟ ਨੇ ਕੁਛ ਨਿਯਮ ਬਣਾਏ, ਕੁਛ ਹਦਾਇਤਾਂ ਜਾਰੀ ਕੀਤੀਆਂ ਕਿ ਜਿਹੜਾ ਅਰਜੈਂਟ ਮੈਟਰ ਹੋਊਗਾ ਸਿਰਫ ਸੁਣਵਾਈ ਉਸੇ ਦੀ ਹੋਊਗੀ, ਬਾਕੀ ਜਿਹੜੀਆਂ ਪੇਸ਼ੀਆਂ ਪੁਸ਼ੀਆਂ ਹੈਗੀਆਂ ਪੋਸਟਪੋਨ, ਤੇ ਜਿਹੜੀ ਸੁਣਵਾਈ ਵੀ ਹੋਣੀ ਹੈ ਉਹ ਹੋਣੀ ਹੈ ਥਰੂ ਵੀਡੀਓ ਕਾਨਫਰੰਸਿੰਗ। ਐਵੇਂ ਨਹੀਂ ਹੋਣੀ, ਸਿੱਧੀ ਨਹੀਂ ਹੋਣੀ। ਉਹਨਾਂ ਨੇ ਕਹਿਤਾ ਜੀ ਇਸ ਬੰਦੇ ਨੇ ਕੀ ਕੀਤਾ, ਇਹਨਾਂ ਨੇ ਰਜਿਸਟਰੀ ਬਾਈਪਾਸ ਕਰਤੀ। ਅੱਛਾ, ਇਹ ਵੀ ਕਰਤਾ ਰਜਿਸਟਰੀ ਨਹੀਂ ਦਿੱਤੀ, ਸਿੱਧਾ ਮਤਲਬ ਬੈਂਚ ਕੋਲੇ ਜਾ ਕੇ ਐਪਲੀਕੇਸ਼ਨ ਦਿੱਤੀ ਜੱਜਾਂ ਕੋਲੇ। ਇਹ ਕਿਵੇਂ ਹੋ ਗਿਆ? ਇਹ ਹੋ ਗਿਆ, ਇਹ ਹੁੰਦਾ ਹੈ। ਇਸੇ ਸਰਕਾਰ 'ਚ ਹੁੰਦਾ ਕਿ ਪਹਿਲਾਂ ਵੀ ਹੁੰਦਾ ਰਿਹਾ? ਹੁੰਦਾ ਤਾਂ ਖੈਰ ਜਦੋਂ ਇੰਦਰਾ ਗਾਂਧੀ ਨੇ ਸਟੇ ਲਿਆ ਸੀ ਆਪਦੇ ਹੱਕ 'ਚ ਉਦੋਂ ਵੀ ਸੀ। ਅੱਛਾ। ਪਰ ਹੁਣ ਤਾਂ ਸਾਰਾ ਕੁਛ ਹੀ ਬੀਤ ਗਿਆ ਨਾ। ਜਦੋਂ ਇੰਦਰਾ ਗਾਂਧੀ ਨੂੰ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸਟੇ ਮਿਲੇ ਜੀ, ਉਦੋਂ ਵੀ ਸਟੇ ਤਾਂ ਮਿਲ ਗਿਆ ਸੀ ਉਹਨੂੰ, ਪਰ ਆਹ ਨਹੀਂ ਕਦੇ ਦੇਖਿਆ ਸੀਗਾ ਕਿ ਰਜਿਸਟਰੀ ਨੂੰ ਬਾਈਪਾਸ ਕਰ। ਘੱਟੋ ਘੱਟ ਉਹਨਾਂ ਨੇ ਉਹ ਤਾਂ ਕੀਤਾ ਸੀ। ਦੁਰਵਰਤੋਂ ਤਾਂ ਹੁੰਦੀ ਰਹੀ ਹੈ ਜੀ। ਪੋਲੀਟੀਕਲ ਇਨਫਲੂਐਂਸ ਪਾ ਕੇ ਜੁਡੀਸ਼ਰੀ ਨੂੰ ਇਸਤੇਮਾਲ ਕਰਨ ਦਾ ਤਾਂ ਇਤਿਹਾਸ ਬਹੁਤ ਪੁਰਾਣਾ ਹੈ, ਕੋਈ ਅੱਜ ਦਾ ਨਹੀਂ, ਬੜਾ ਪੁਰਾਣਾ ਹੈ। ਤੇ ਜੇ ਅਸੀਂ ਦੇਖੀਏ ਸਟੇਟ ਹੁੰਦੀ ਕੀ ਹੈ, ਸਟੇਟ ਦਾ ਅੰਗ ਜੁਡੀਸ਼ਰੀ ਵੀ ਹੈ ਜੀ। ਤੇ ਸਟੇਟ ਪਾਵਰ ਨੂੰ ਇਸਤੇਮਾਲ ਕਰਦੀ ਹੈ, ਚ ਕੋਈ ਸ਼ੱਕ ਨਹੀਂ।
ਲੇਕਿਨ ਇੱਥੇ ਇੱਕ ਰਿਪੋਰਟਰ ਦੀ ਖਾਤਰ ਇਹ ਸਾਰਾ ਕੁਝ ਜਿਹੜਾ ਹੈਗਾ ਇਹਨੂੰ ਬਾਈਪਾਸ ਕਰਤਾ ਔਰ ਜੱਜ ਸਾਹਿਬਾਨ ਨੇ ਸੁਣਿਆ। ਜੀ। ਸੁਣਨ ਤੋਂ ਬਾਅਦ ਆਰਡਰ ਪਾਸ ਕਰਤਾ। ਆਰਡਰ ਪਾਸ ਕਰਕੇ ਜਿੰਨੇ ਕੇਸ ਉਹਦੇ ਤੇ ਚੱਲਦੇ ਸੀ ਸਾਰੇ ਕੇਸਾਂ ਤੇ ਸਟੇ ਦਿੱਤਾ। ਚਲੋ ਜਿੰਨੇ ਵੀ ਸਾਰੇ ਦੇਸ਼ ਦੇ ਵਿੱਚ ਇਹ ਕਹਿਤਾ ਸੀ ਕਿ ਇਹ ਇਨਵੈਸਟੀਗੇਸ਼ਨ ਜੁਆਇਨ ਕਰੂਗਾ। ਲਓ ਜੀ, ਉਹਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ। ਉੱਥੇ ਲੰਬੀ ਚੌੜੀ ਉਹਦੀ ਪੁੱਛਗਿੱਛ ਕੀਤੀ ਜੀ। ਇਸੇ ਸਮੇਂ ਦੌਰਾਨ ਉਹਦੇ ਖਿਲਾਫ ਇੱਕ ਹੋਰ ਕੇਸ ਦਰਜ ਹੋ ਗਿਆ। ਇਹ ਕੇਸ ਬੜਾ ਇੰਟਰਸਟਿੰਗ ਹੈ। ਇਹਦੇ ਵਿੱਚ ਸੋਨੀਆ ਗਾਂਧੀ ਕਿਤੇ ਨਹੀਂ ਹੈ। ਉਹ ਹੈ ਤੁਹਾਡੇ ਧਿਆਨ 'ਚ ਹੋਣਾ ਹੈ ਕਿ ਜਦੋਂ ਮੁੰਬਈ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮਜ਼ਦੂਰ ਇਕੱਠੇ ਹੋ ਗਏ, ਹਾਂਜੀ, ਉਹ ਬਾਂਦਰਾ ਲਾਕਡਾਊਨ 3 ਦਾ ਜਦੋਂ ਐਲਾਨ ਕੀਤਾ ਉਸ ਵੇਲੇ ਉਹਨਾਂ ਨੂੰ ਇਹ ਸੀ ਕਿ ਲਾਕਡਾਊਨ ਅੱਜ ਖੁੱਲ੍ਹ ਜਾਣਾ ਤੇ ਇੱਕ ਕਿਸੇ ਟੀਵੀ ਚੈਨਲ ਨੇ ਖਬਰ ਵੀ ਚਲਾਤੀ ਕਿ ਇੱਥੋਂ ਗੱਡੀਆਂ ਚੱਲਣਗੀਆਂ। ਹਾਂ, ਚਲਾਤੇ ਮੁੰਡਾ ਅੰਦਰ ਵੀ ਕਰਤਾ ਸੀ ਕਿ ਪ੍ਰਵਾਸੀ ਮਜ਼ਦੂਰ ਆਪੋ ਆਪਣੇ ਘਰਾਂ ਨੂੰ ਜਾ ਸਕਦੇ ਹੈ। ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੀ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਗਏ। ਜੀ। ਜਦੋਂ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਗਏ, ਪ੍ਰਵਾਸੀ ਮਜ਼ਦੂਰ ਯੂਪੀ, ਬਿਹਾਰ ਵਗੈਰਾ, ਛੱਤੀਸਗੜ੍ਹ ਦੇ, ਝਾਰਖੰਡ ਦੇ, ਉਹ ਲੋਕ ਹੈ ਜਿਨ੍ਹਾਂ ਦੇ ਵਿੱਚੋਂ ਮੈਜੋਰਿਟੀ ਹਿੰਦੂ ਹੈ। ਜੀ। ਵੈਸੇ ਮਜ਼ਦੂਰਾਂ ਦੀ ਕੋਈ ਜਾਤ ਨਹੀਂ ਹੁੰਦੀ, ਮਜ਼ਦੂਰਾਂ ਦਾ ਕੋਈ ਧਰਮ ਨਹੀਂ ਹੁੰਦਾ, ਉਹਨਾਂ ਦੀ ਤਾਂ ਇੱਕ ਜਮਾਤ ਹੁੰਦੀ ਹੈ। ਉਹ ਤਾਂ ਵਿਚਾਰੇ ਜਮਾਤ ਤਾਂ ਸਭ ਨੇ ਆਪਣੀ ਮਿਹਨਤ ਸ਼ਕਤੀ ਵੇਚਣੀ। ਇਸ ਬੰਦੇ ਨੇ ਕੀ ਕੀਤਾ, ਅਰਨਬ ਗੋਸਵਾਮੀ ਨੇ, ਇਹ ਫੇਰ ਲੱਗ ਗਿਆ ਜੀ। ਇਹ ਉਹ ਤੋਂ ਪਹਿਲਾਂ ਦੀ ਕਹਾਣੀ ਹੈ ਕਿ ਇਹ ਸਾਰਾ ਕੁਝ ਕਿੱਥੋਂ ਹੋਇਆ। ਜਿਹੜੇ ਲੋਕ ਇਕੱਠੇ ਹੋਏ ਹੈ ਜੀ, ਇਹਨਾਂ ਲੋਕਾਂ ਨੂੰ ਇਕੱਠੇ ਕਰਨ ਦੇ ਵਿੱਚ ਇੱਕ ਖਾਸ ਕਿਸਮ ਦੀ ਸੋਚ ਦਾ ਕੰਮ ਹੈ। ਅੱਛਾ, ਆਪ ਹੀ ਅੰਦਰ ਚੱਕ ਦਿੱਤਾ। ਉਹ ਬਾਂਦਰਾ ਵਾਲਾ ਜਿਹੜਾ ਰੇਲਵੇ ਸਟੇਸ਼ਨ ਹੈ, ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਹੈਗੀ ਹੈ ਤੁਹਾਡੀ ਮਸਜਿਦ ਜੀ। ਕਹਿੰਦਾ ਜੀ ਮਸਜਿਦ ਦੇ ਵਿੱਚ ਇਹਨਾਂ ਲੋਕਾਂ ਨੂੰ ਇਕੱਠਿਆਂ ਕੀਤਾ ਗਿਆ ਤੇ ਮਸਜਿਦ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਕੇ ਗੜਬੜ ਕਰਾਈ ਗਈ ਜੀ। ਗੜਬੜ ਤਾਂ ਹੋਈ ਕੋਈ ਨਹੀਂ, ਵਿਚਾਰੇ ਉਹ ਤਾਂ ਆਪ ਕੁੱਟ ਖਾ ਕੇ ਘਰਾਂ ਨੂੰ ਚਲੇ ਗਏ। ਹਾਂਜੀ, ਉਹਨਾਂ ਦੇ ਹੋਏ ਹੈ। ਫਿਰ ਕਹਿੰਦਾ ਵੀ ਉੱਥੋਂ ਸਾਰਾ ਕੁਝ ਹੁੰਦਾ ਰਿਹਾ। ਲੇਕਿਨ ਹੋਇਆ ਕੀ ਸੀ ਕਿ ਜਦੋਂ ਲੋਕ ਇਕੱਠੇ ਹੋ ਗਏ ਸੀ, ਜਿਹੜਾ ਉੱਥੇ ਆਪਣਾ ਪਬਲਿਕ ਅਨਾਉਂਸਮੈਂਟ ਸਿਸਟਮ ਲੱਗਿਆ ਹੋਇਆ ਜੀ, ਜਿਹਨੂੰ ਅਸੀਂ ਲਾਊਡ ਸਪੀਕਰ ਕਹਿ ਦਿੰਦੇ ਹਾਂ, ਪੁਲਿਸ ਨੇ ਉਸ ਲਾਊਡ ਸਪੀਕਰ ਦੀ ਵਰਤੋਂ ਕੀਤੀ। ਅੱਛਾ ਜੀ। ਲੋਕਾਂ ਨੂੰ ਅਪੀਲਾਂ ਕੀਤੀਆਂ ਕਿ ਭਾਈ ਤੁਸੀਂ ਜਾਣ ਦਿਓ, ਰਹਿਣ ਦਿਓ। ਚਾਹ ਪਾਣੀ ਵੀ ਲੋਕਾਂ ਨੂੰ, ਇਹਨਾਂ ਨੂੰ, ਪੁਲਿਸ ਵਾਲਿਆਂ ਨੂੰ ਉਹਨਾਂ ਨੇ ਪਿਆ, ਮਸਜਿਦ ਵਾਲਿਆਂ ਨੇ ਵੀ ਕੋਈ ਗੱਲ ਨਹੀਂ ਜੀ ਕੀ ਯਾਰ। ਉਹਨੂੰ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਆਮ ਮਜ਼ਦੂਰ ਸੀ ਕਿ ਇਹ ਮੁਸਲਮਾਨਾਂ ਦਾ ਜੀ ਸਾਰਾ ਇਕੱਠ ਹੈ ਤੇ ਮੁਸਲਮਾਨਾਂ ਨੇ ਫਿਜ਼ਾ ਨੂੰ ਖਰਾਬ ਕਰਨ ਵਾਸਤੇ, ਅਮਨ ਨੂੰ ਖਰਾਬ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਹੈ। ਸ਼ੁਰੂ ਦੇ ਵਿੱਚ ਤਾਂ ਕਿਸੇ ਨੇ ਨੋਟਿਸ ਨਹੀਂ ਲਿਆ। ਫਿਰ ਬਾਅਦ ਦੇ ਵਿੱਚ ਕਿਸੇ ਤੁਹਾਡੇ ਵਰਗੇ ਸੱਜਣ ਨੇ ਐਪਲੀਕੇਸ਼ਨ ਦਿੱਤੀ ਜੀ। ਚਲੋ ਸੋਨੀਆ ਗਾਂਧੀ ਵਾਲੀ ਗੱਲ ਤਾਂ ਛੱਡੋ, ਆ ਤਾਂ ਇਹਨੇ ਦੋ ਫਿਰਕਿਆਂ ਦੇ ਵਿੱਚ ਲੜਾਈ ਪਾਉਣ ਵਾਲੀ ਗੱਲ ਕੀਤੀ ਹੈ, ਦੁਸ਼ਮਣੀ ਪੈਦਾ ਕਰਨ ਵਾਲੀ ਗੱਲ ਕੀਤੀ ਹੈ, ਕਮਿਊਨਲ ਹਾਰਮਨੀ ਭੜਕਾ ਕੇ ਕਮਿਊਨਲ ਜਿਹੜੀ ਹੈਗੀ ਸਿਚੁਏਸ਼ਨ ਨੂੰ ਖਰਾਬ ਕਰਨ ਦਾ ਇਹਨੇ ਯਤਨ ਕੀਤਾ ਹੈ ਔਰ ਇਹ ਮੁਲਕ ਦੀ ਏਕਤਾ ਤੇ ਅਖੰਡਤਾ ਲਈ ਖਤਰਨਾਕ ਹੋ ਸਕਦਾ ਹੈ। ਇਸ ਕਰਕੇ ਇਹਦੇ ਖਿਲਾਫ ਕਾਰਵਾਈ ਕੀਤੀ ਹੈ ਜੀ। ਲਓ ਜੀ, ਪੁਲਿਸ ਨੇ ਉਸ ਐਪਲੀਕੇਸ਼ਨ ਦੇ ਆਧਾਰ ਤੇ ਹੋਰ ਕੇਸ ਰਜਿਸਟਰ ਕਰ ਲਿਆ। ਹੁਣ ਉਹ ਉਸ ਕੇਸ ਨੂੰ ਲੈ ਕੇ ਫਿਰ ਸੁਪਰੀਮ ਕੋਰਟ, ਅੱਛਾ, ਫਿਰ ਸਿੱਧਾ ਪਹੁੰਚ ਗਿਆ, ਸੁਪਰੀਮ ਕੋਰਟ ਪਹੁੰਚ ਗਿਆ। ਸੁਪਰੀਮ ਕੋਰਟ ਕਹਿੰਦੇ ਲਿਆਓ ਜੀ। ਹੁਣ ਸੁਪਰੀਮ ਕੋਰਟ ਨੇ ਉਹਦੀ ਸੁਣਵਾਈ ਕੀਤੀ ਹੈ। ਕਪਿਲ ਸਿੱਬਲ ਉੱਥੋਂ ਦੀ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਉਹਨੇ ਕਿਹਾ ਕਿ ਇਹ ਬੰਦਾ ਇਹ ਕੁਛ ਕਰਨ ਦਾ ਆਦੀ ਹੈ। ਔਰ ਤੁਸੀਂ ਨੋਟ ਕਰੋ ਕਿ ਹੁਣ ਤੱਕ ਕਿੰਨੇ ਪੱਤਰਕਾਰਾਂ ਤੇ ਪਰਚੇ ਹੋਏ। ਮਾੜੀ ਜੀ ਗੱਲ ਹੋਵੇ ਉਹਦੀ ਪੱਤਰਕਾਰ ਤੇ ਪਰਚਾ ਦਿੰਦੇ ਆ, ਦੋ ਫਿਰਕਿਆਂ ਦੇ ਵਿੱਚ ਰਫੜ ਪਾਉਂਦਾ। ਉਸੇ ਜੀ ਲੈ ਲਓ ਜਿਹੜੇ ਬੰਦੇ ਨੇ ਖਬਰ ਚਲਾਈ ਸੀ, ਹਾਲਾਂਕਿ ਉਹਨੂੰ ਵਿਚਾਰੇ ਨੂੰ ਉਹਨੇ ਖਬਰ ਫਿਰਕਿਆਂ ਦੀ ਨਹੀਂ ਚਲਾਈ ਸੀ, ਉਹਨੇ ਇੰਨੇ ਕਿਹਾ ਸੀਗਾ ਵੀ ਟ੍ਰੇਨਾਂ ਚੱਲਣਗੀਆਂ ਤੇ ਫੁਆ ਦਾ ਪਰਚਾ ਦੇ ਕੇ ਅੰਦਰ ਦਿੱਤਾ ਸੀ। ਇੰਨੀ ਸੀ, ਹਾਲਾਂਕਿ ਉਹਦੇ ਕੋਲ ਇਨਫੋਰਮੇਸ਼ਨ ਸੀ ਜਿਹੜੀ ਉਹ ਕਰੈਕਟ ਸੀਗੀ। ਹਾਂ, ਬਸ ਇਹ ਨਹੀਂ ਸੀ ਪਤਾ ਵੀ ਤਰੀਕ ਕਿਹੜੀ ਚੱਲਣੀ, ਉਹਦੇ ਕੋਲ ਸਿਆਹ ਵੀ ਚਲਾਉਣ ਵਾਸਤੇ ਮਤਲਬ ਜਿਹੜੀ ਹੈ ਰੇਲਵੇ ਨੇ ਆਪਣੇ ਪ੍ਰਬੰਧ ਕਰਨੇ ਸ਼ੁਰੂ ਕਰਤੇ। ਉਹਨੇ ਉਹ ਖਬਰ ਚਲਾਈ ਸੀ, ਉਹਦੇ ਆਧਾਰ ਦੇ ਉੱਤੇ ਉਹਦੇ ਤੇ ਪਰਚਾ ਹੋ ਗਿਆ। ਕਿੰਨੇ ਹੋਰ ਪੱਤਰਕਾਰ ਹੈ ਜਿਨ੍ਹਾਂ ਤੇ ਨਿਤ ਪਰਚੇ ਹੁੰਦੇ ਹੈ। ਲੇਕਿਨ ਇਸ ਪੱਤਰਕਾਰ ਪ੍ਰਤੀ ਜਿਹੜੀ ਇੰਨੀ ਸੁਹਿਰਦਤਾ ਦਿਖਾਈ ਜਾ ਰਹੀ ਹੈ ਭਾਰਤ ਸਰਕਾਰ ਵੱਲੋਂ, ਕਿਉਂ ਦਿਖਾਈ ਜਾ ਰਹੀ ਹੈ ਜੀ? ਕਿਉਂਕਿ ਇਹ ਉਹਨਾਂ ਦੇ ਹਿੱਤਾਂ ਦੀ ਪੂਰਤੀ ਕਰਦਾ ਹੈ ਔਰ ਅਗਲੀ ਹਿੱਤਾਂ ਤੋਂ ਹੀ ਵੱਧ ਜਾਂਦਾ ਜੀ। ਹਾਂ, ਹਿੱਤਾਂ ਤੋਂ ਵੱਧ। ਅਗਲੀ ਗੱਲ ਇਹ ਹੈ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ, ਜਿਹੜੇ ਵੇਲੇ ਉਹ ਕਹਿੰਦਾ ਮੇਰੇ ਤੇ ਹਮਲਾ ਹੋਇਆ, ਸੰਬਤ ਪਾਤਰਾ ਨਾਲ ਦੀ ਨਾਲ ਟਵੀਟ ਕਰ ਰਿਹਾ, ਆਪਣੇ ਟਵੀਟ ਕਰ ਰਿਹਾ ਜੀ। ਜੇ ਉਹ ਟਵੀਟ ਕਰ ਰਿਹਾ, ਸੰਬਤ ਪਾਤਰਾ ਨੂੰ ਕੀ ਪਤਾ ਲੱਗ ਗਿਆ ਵੀ ਉਹ ਤੇ ਹਮਲਾ ਹੋਊਗਾ? ਹਾਂ, ਉਹ ਪਹਿਲਾਂ ਕਰੀ ਜਾਂਦਾ। ਇਹ ਸਾਰਾ ਕੁਝ ਦਰਸਾਉਂਦਾ ਕਿ ਅਸਲ ਦੇ ਵਿੱਚ ਉਹਨੂੰ ਇੱਕ ਰਿਆਇਤ ਹੈ। ਹੁਣ ਅਗਲੀ ਗੱਲ ਆਪਾਂ ਦੇਖੀਏ, ਮਾਨ ਜਾਓ ਸੁਪਰੀਮ ਕੋਰਟ ਦੀ ਅਸੀਂ ਬੜੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਲੇਕਿਨ ਸੁਪਰੀਮ ਕੋਰਟ ਨੇ ਜਿਹੜੇ ਆਪਣੇ ਨਿਯਮ ਆਪ ਬਣਾਏ ਹੈ ਜੀ, ਮੇਰੇ ਖਿਆਲ ਮੁਤਾਬਕ ਇੱਥੇ ਤਾਂ ਉਹਦੀ ਉਲੰਘਣਾ ਜਾਪਦੀ ਹੈ। ਕਿਵੇਂ ਤੁਸੀਂ ਪੁੱਛੋਗੇ? ਤੁਹਾਨੂੰ ਪਤਾ ਵੀ ਧਾਰਾ 370 ਤੋੜਤੀ, ਧਾਰਾ 370 ਨੂੰ ਚੁਣੌਤੀ ਦਿੱਤੀ ਹੋਈ ਹੈ, ਹਾਲੇ ਤੱਕ ਉੱਥੇ ਪ੍ਰੋਪਰ ਸੁਣਵਾਈ ਨਹੀਂ ਹੋਈ। ਹੁਣ ਜੰਮੂ ਕਸ਼ਮੀਰ ਦੇ ਪੱਤਰਕਾਰਾਂ ਨੇ ਇੱਕ ਪਟੀਸ਼ਨ ਦਾਇਰ ਕਰਤੀ ਵੀ ਸਾਨੂੰ ਨੈਟ ਚਲਾਉਣ ਦੀ ਆਗਿਆ ਦਿਓ। ਜੀ ਸਾਨੂੰ ਨੈਟ ਚਲਾਉਣ ਦੀ ਆਗਿਆ ਦਿਓ, 4G ਤੋਂ ਬਗੈਰ ਸਾਡਾ ਕੰਮ ਨਹੀਂ ਚੱਲਦਾਗਾ, ਸਾਡਾ ਕਾਰੋਬਾਰ ਖੜੋਤਾ ਹੋਇਆ। ਉਹਦੇ ਤੇ ਸਿੱਧਾ ਕੋਈ ਹੁਕਮ ਦੇਣ ਦੀ ਬਜਾਏ ਮਾਨਯੋਗ ਸੁਪਰੀਮ ਕੋਰਟ ਨੇ ਕੀ ਕੀਤਾ, ਕਹਿੰਦੇ ਜੀ ਇੱਕ ਅਫਸਰਾਂ ਦੀ ਟੀਮ ਬਣਾ ਦਿਓ ਜੀ।
ਅਫਸਰਾਂ ਦੀ ਟੀਮ ਨੂੰ ਕਹਿੰਦਾ ਕਿ ਜਿਹੜੇ ਇਹਨਾਂ ਦੇ ਗ੍ਰੀਵੈਂਸਸ ਆ ਇਹ ਸੁਣੋ, ਹੂੰ ਸਰਕਾਰ ਨੂੰ ਸੁਣੋ ਤੇ ਫਿਰ ਤੁਸੀਂ ਫੈਸਲਾ ਕਰੋ। ਜੀ। ਸਵਾਲ ਇਹ ਹੈ ਕਿ ਅਫਸਰ, ਜਿਹੜੀ ਸੁਪਰੀਮ ਕੋਰਟ ਤਾਂ ਸਰਕਾਰ ਦੇ ਮਤਹਿਤ ਨਹੀਂ ਨਾ, ਨਹੀਂ ਬਿਲਕੁਲ ਨਹੀਂ। ਅਫਸਰ ਚਾਹੇ ਜੰਮੂ ਕਸ਼ਮੀਰ ਦੇ ਚਾਹੇ ਕੇਂਦਰ ਸਰਕਾਰ ਦੇ, ਉਹ ਤਾਂ ਸਰਕਾਰਾਂ ਦੇ ਮਤਹਿਤ ਹੈ। ਬਿਲਕੁਲ ਜੀ। ਜੰਮੂ ਕਸ਼ਮੀਰ ਦੇ ਵਿੱਚ ਵੀ ਸਰਕਾਰ ਜਿਹੜੀ ਹੈਗੀ ਆ ਉਹ ਸਰਕਾਰ ਕੇਂਦਰ ਦੀ ਹੈ, ਕਿਉਂਕਿ ਉੱਥੇ ਰਾਸ਼ਟਰਪਤੀ ਰਾਜ ਲੱਗਿਆ ਹੋਇਆ। ਉੱਥੇ ਚੁਣੀ ਹੋਈ ਸਰਕਾਰ ਤਾਂ ਹੈ ਹੀ ਨਹੀਂ ਗੀ। ਉੱਥੇ ਵੀ ਕੇਂਦਰ ਦੀ ਹੈ, ਤਾਂ ਵੀ ਕੇਂਦਰ ਵਾਲੀ ਹੈ। ਕੇਂਦਰ ਦੀ ਸਰਕਾਰ ਦੇ ਖਿਲਾਫ ਕੇਂਦਰ ਦੇ ਜਿਹੜੇ ਵਜ਼ੀਰ, ਆਪਣੇ ਜਿਹੜੇ ਅਫਸਰ ਆ, ਉਹ ਜਾਣਗੇ ਕਿਵੇਂ? ਨਹੀਂ ਜਾਂਦੇ। ਇਹਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ ਨੇ ਉਸ ਮਾਮਲੇ ਨੂੰ ਵੀ ਮਤਲਬ ਠੰਡੇ ਬਸਤੇ 'ਚ ਪਾਤਾ। ਉੱਥੇ ਠੰਡੇ ਬਸਤੇ 'ਚ ਪਾਇਆ ਜਾ ਰਿਹਾ, ਲੇਕਿਨ ਜੀ ਅਰਨਬ ਗੋਸਵਾਮੀ ਦੇ ਮਾਮਲਿਆਂ ਨੂੰ ਬੜੀ ਪਹਿਲ ਦਿੱਤੀ ਜਾ ਰਹੀ ਹੈ। ਇਹ ਵਿਸ਼ਾ ਜਿਹੜਾ ਚਾਹ ਦੀ ਮਲਾਈ ਵਾਂਗੂ ਉੱਤੇ ਆ ਜਾਂਦਾ, ਦੁੱਧ ਦੀ ਮਲਾਈ ਦਾ ਬੜਾ ਟਾਈਮ ਲੱਗਦੀ ਹੈ ਨਾ। ਬਿਲਕੁਲ ਜੀ, ਬਿਲਕੁਲ ਜੀ ਜੀ। ਪਰ ਢਿੱਲੋਂ ਸਾਹਿਬ ਦੇਖੋ, ਆਪਾਂ ਗੱਲ ਡਾਢਿਆਂ ਦੀ ਕੀਤੀ ਹੈ, ਡਾਢਿਆਂ ਦਾ 27-20 ਜੀ ਜੀ। ਜਿਹੜੇ ਵਿਚਾਰੇ ਆਹ ਮਜ਼ਦੂਰਾਂ ਦੀ ਆਪਾਂ ਗੱਲ ਕੀਤੀ, ਇਹਨਾਂ ਦੀ ਕੋਈ ਕਹਿੰਦੇ ਹੁਣ ਤਾਂ ਜਿਹੜਾ ਇਹਨਾਂ ਦੇ ਹੱਕ 'ਚ ਇੱਕ ਅੱਧਾ ਕਾਨੂੰਨ ਸੀ, ਕਹਿੰਦੇ ਉਹਦੇ ਵੀ ਪੱਛ ਖਰੜਿਆ ਤੇ ਅੜਾਤੇ ਜੀ। ਬਿਲਕੁਲ ਜੀ। ਇਸ ਵੇਲੇ ਦੇਸ਼ ਦੇ ਵਿੱਚ ਲਾਕਆਊਟ ਲੱਗਿਆ ਹੋਇਆ। ਲਾਕਆਊਟ ਕਾਹਦੇ ਵਾਸਤੇ ਜੀ? ਦਾਅਵਾ ਸਰਕਾਰਾਂ ਵੱਲੋਂ ਇਹ ਕੀਤਾ ਜਾ ਰਿਹਾ ਕਿ ਇਹ ਕਰੋਨਾ ਦੇ ਨਾਲ ਨਜਿੱਠਣ ਵਾਸਤੇ ਜੀ। ਕਰੋਨਾ ਦੇ ਚੱਲਦਿਆਂ ਲਾਕਆਊਟ ਕਰਨਾ ਪੈ ਗਿਆ, ਕਿਉਂਕਿ ਇੱਥੇ ਇੱਕ ਕਿਸਮ ਦੇ ਸਾਰੇ ਜਿਹੜੇ ਹੱਕ ਹਕੂਕ ਆ ਲੋਕਾਂ ਦੇ ਉਹ ਸਸਪੈਂਡ ਹੈ ਜੀ। ਉਹਨਾਂ ਨੂੰ ਕੋਈ ਜਲਸਾ ਜਲੂਸ ਮੁਜ਼ਾਹਰਾ ਕਰਨ ਦੀ ਇਜਾਜ਼ਤ ਨਹੀਂ ਹੈ। ਉਹਨਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ, ਕਿਉਂਕਿ ਜੇ 5 ਜਾਂ 5 ਤੋਂ ਵੱਧ ਬੰਦੇ ਇਕੱਠੇ ਹੁੰਦੇ ਆ ਤਾਂ ਉਹ ਦਫਾ 44 ਦੀ ਉਲੰਘਣਾ ਹੁੰਦੀ ਹੈ। ਕਿਹਾ ਜਾ ਰਿਹਾ, ਪਰ ਅਮਲ 'ਚ ਕੀ ਹੋ ਰਿਹਾ? ਅਮਲ ਦੇ ਵਿੱਚ ਇਹ ਹੋ ਰਿਹਾ ਕਿ ਸ਼ੁਰੂਆਤ ਹੁੰਦੀ ਹੈ ਉੱਤਰ ਪ੍ਰਦੇਸ਼ ਦੀ ਸਰਕਾਰ ਤੋਂ। ਅੱਛਾ ਜੀ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕਹਿਤਾ ਕਿ ਜਿਹੜੇ ਲੇਬਰ ਲਾ ਹੈ ਉਹ ਸਸਪੈਂਡ ਕੀਤੇ ਜਾਂਦੇ, ਇੱਕ ਦੇ ਦਿਨ ਵਾਸਤੇ ਨਹੀਂ, ਸਾਲਾਂ ਬੱਧੀ। ਅੱਛਾ ਜੀ। ਉਹ ਤੋਂ ਬਾਅਦ ਜੀ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਤਰ ਪ੍ਰਦੇਸ਼ 'ਚ, ਯੋਗੀ ਆਦਿੱਤਿਆਨਾਥ ਜੀ ਉਹਦੇ ਮੁੱਖ ਮੰਤਰੀ ਹੈ। ਫਿਰ ਆ ਗਈ ਮੱਧ ਪ੍ਰਦੇਸ਼ ਦੀ ਸਰਕਾਰ, MP 'ਚ। ਉਹਨਾਂ ਨੇ ਵੀ ਜੇ ਤਾਏ ਦੀ ਧੀ ਚੱਲੀ ਤੇ ਮੈਂ ਕਾਹ ਤੋਂ ਰਵਾਂ ਕੱਲੀ, ਉਹਨਾਂ ਨੇ ਵੀ ਉਹੀ ਕੁਛ ਕਰਤਾ। ਹੁਣ ਗੁਜਰਾਤ ਦੀ ਸਰਕਾਰ ਨੇ ਵੀ ਕਰਤਾ। ਜਿਹੜੀ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੈ ਜਿਹੜੀ, ਉਹ ਵਿਰੋਧ ਕਰਦੀ ਹੈ ਕਿ ਗਰੀਬਾਂ ਦਾ ਜਿਹੜਾ ਹੈਗਾ, ਮਜ਼ਦੂਰਾਂ ਦਾ ਤੁਸੀਂ ਹੱਕ ਕਿਉਂ ਮਾਰਦੇ ਹੋ। ਪਰ ਹੁਣ ਪਤਾ ਲੱਗਿਆ, ਕਿਸੇ ਸੱਜਣ ਨੂੰ ਫੋਨ ਕੀਤਾ ਸੀ, ਉਹ ਕਹਿੰਦਾ ਜੀ ਰਾਜਸਥਾਨ 'ਚ ਵੀ ਕਰਤਾ। ਅੱਛਾ, ਹਜੇ ਪੁਸ਼ਟੀ ਨਹੀਂ ਹੋਈ, ਪਰ ਕਹਿੰਦੇ ਕਰਤਾ ਜ਼ਰੂਰ ਕਰਤਾ ਹੋਣਾ। ਐਵੇਂ ਤਾਂ ਜ਼ਿੰਮੇਵਾਰ ਬੰਦਾ ਕਦੇ ਝੂਠ ਨਹੀਂ ਕਹਿੰਦਾ ਹੁੰਦਾ। ਇਹਦੇ ਵਿੱਚ ਹੋਇਆ ਕੀ ਹੈ ਜੀ? ਇਹਦੇ ਵਿੱਚ ਹੋਇਆ ਇਹ ਹੈ ਕਿ ਜਿਹੜੇ ਕੋਈ ਥੋੜੇ ਬਹੁਤੇ ਕਾਨੂੰਨ ਬਣੇ ਵੀ ਆ ਮਜ਼ਦੂਰਾਂ ਦੇ ਹੱਕ 'ਚ ਜੀ, ਉਹ ਕਾਨੂੰਨ ਖਤਮ ਹੋ ਗਏ। ਜੇ ਆਪਾਂ ਦੇਖੀਏ ਤਾਂ ਇੱਕ ਯੁੱਗ ਹੁੰਦਾ ਸੀ ਗੁਲਾਮਦਾਰੀ ਦਾ ਜੀ, ਜਦੋਂ ਮਜ਼ਦੂਰਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਉਦੋਂ ਹੁੰਦਾ ਕੀ ਸੀ, ਉਹਨਾਂ ਨੂੰ ਰੋਟੀ ਪਾਣੀ ਦੇ ਦਿੰਦੇ ਸੀ, ਕੰਮ ਕਰਵਾਈ ਜਾਂਦੇ ਸੀ ਜੀ। ਫਿਰ ਥੋੜਾ ਲੋਕਾਂ ਦੇ ਵਿੱਚ ਪ੍ਰੋਟੈਸਟ ਹੋਣ ਲੱਗਿਆ। ਫਿਰ ਥੋੜੀਆਂ ਉਹਨਾਂ ਨੂੰ ਰਿਆਇਤਾਂ ਦੇਣ ਲੱਗੇ ਜੀ। ਅਖੀਰ 1886 ਦੇ ਵਿੱਚ ਅਮਰੀਕਾ ਦਾ ਸ਼ਹਿਰ ਹੈ ਸ਼ਿਕਾਗੋ ਜੀ। ਸ਼ਿਕਾਗੋ ਦੇ ਵਿੱਚ ਮਜ਼ਦੂਰ ਕਾਫੀ ਸਾਰੇ ਇਕੱਠੇ ਹੋ ਗਏ। ਉਹਨਾਂ ਨੇ ਕਿਹਾ ਜੀ, 1 ਮਈ ਦਾ ਦਿਨ ਸੀ, ਉਹਨਾਂ ਨੇ ਕਿਹਾ ਜੀ ਸਾਨੂੰ ਘੱਟੋ ਘੱਟ ਜਿਹੜੇ ਕੰਮ ਦੇ ਘੰਟੇ ਹੈ ਜੀ, ਇਹ ਕੰਮ ਦੇ ਘੰਟੇ ਘਟਾਓ। 12 ਘੰਟੇ 18 ਘੰਟੇ ਹੁੰਦੇ ਸੀ, ਇਹਨੂੰ ਘਟਾ ਕੇ ਤੁਸੀਂ 8 ਘੰਟਿਆਂ ਤੇ ਲੈ ਕੇ ਆਓ ਜੀ। ਵੈਸੇ ਵੀ ਜੇ ਆਪਾਂ ਦੇਖੀਏ, ਜਿਹੜੇ ਲੇਬਰ ਦੇ ਮੁਹਾਰਤ ਰੱਖਦੇ ਜਿਹੜੇ ਬੰਦੇ ਲੇਬਰ ਦੇ ਮਾਮਲੇ 'ਚ, ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜੇ ਬੰਦਿਆਂ ਨੇ ਕੰਮ ਕਰਨਾ ਜੀ, ਉਹਨਾਂ ਨੂੰ ਭਾਵੇਂ ਅਸੀਂ ਪੈਸੇ ਦਿੰਦੇ ਹਾਂ, ਉਹਨਾਂ ਦੇ ਖਾਣ ਪੀਣ ਦਾ ਸਮਾਂ ਵੀ ਚਾਹੀਦਾ, ਉਹਨਾਂ ਦਾ ਮਾਰਕੀਟ ਜਾਣ ਦਾ ਸਮਾਂ ਵੀ ਚਾਹੀਦਾ, ਉਹਨਾਂ ਦੇ ਰਹਿਣ ਸਹਿਣ ਦਾ ਸਮਾਂ ਵੀ ਚਾਹੀਦਾ। ਉਹ ਬੰਦੇ ਕੋਈ ਇੰਜੋਏ ਕਰ ਲੈਣ, ਕੋਈ ਫਿਲਮ ਵਗੈਰਾ ਦੇਖ ਲੈਣ, ਇਹ ਵੀ ਚਾਹੀਦਾ। ਕਿਉਂਕਿ ਜੇ ਇਹ ਸਾਰਾ ਕੁਛ ਹੋਊਗਾ ਤੇ ਇਹਦੇ ਨਾਲ ਕਿਰਤ ਸ਼ਕਤੀ ਹੈ ਜਿਹੜੀ ਉਹ ਵਧੂਗੀ ਜੀ। ਉਹ ਬੰਦੇ ਪੂਰੀ ਮੁਸਤੈਦੀ ਨਾਲ ਕੰਮ ਕਰਨਗੇ। ਲੇਕਿਨ ਜੇ ਇਹ ਕਿਰਤ ਸ਼ਕਤੀ, ਜੇ ਉਹਨਾਂ ਨੂੰ ਅਸੀਂ ਇੱਕ ਗੁਲਾਮ ਬਣਾ ਕੇ ਰੱਖ ਲਿਆ ਤੇ ਉਹਨਾਂ ਦੀ ਕਿਰਤ ਸ਼ਕਤੀ ਘਟਦੀ ਹੈ ਜੀ, ਉਹ ਕੰਮ ਨਹੀਂ ਕਰ ਸਕਣਗੇ। ਇਸ ਕਰਕੇ ਜਿਹੜੇ ਉਹਨਾਂ ਨੇ ਵੀ ਇਹ ਆਪਣੀ ਸੁਝਾਅ ਸੀ ਕਿ ਇਹਨਾਂ ਦਾ ਟਾਈਮ ਘੱਟੋ ਘੱਟ ਘਟਾਇਆ ਜਾਵੇ। ਸੋ ਹੋਇਆ ਕੀ ਕਿ ਸ਼ਿਕਾਗੋ ਦੇ ਵਿੱਚ ਜਦੋਂ ਮਜ਼ਦੂਰ ਮੁਜ਼ਾਹਰਾ ਕਰਦੇ ਸੀ, ਉਦੋਂ ਫਿਰ ਉਹਨਾਂ ਦੇ ਉੱਤੇ ਅਟੈਕ ਹੋਇਆ ਜੀ। ਅਟੈਕ ਕੀਤਾ ਜੀ ਮਾਲਕਾਂ ਨੇ, ਗੋਲੀਆਂ ਚਲਾਈਆਂ। ਗੋਲੀਆਂ ਚੱਲਣ ਦਾ ਨਤੀਜਾ ਕੀ ਹੋਇਆ ਕਿ ਕੁਛ ਬੰਦੇ ਉੱਥੇ ਸ਼ਹੀਦ ਹੋ ਗਏ, ਮਾਰੇ ਗਏ ਜੀ। ਉਹਨਾਂ ਦੇ ਵਿੱਚ ਇੱਕ ਬੱਚਾ ਵੀ ਸੀ। ਉਹ ਤੋਂ ਪਹਿਲਾਂ ਮਜ਼ਦੂਰਾਂ ਦਾ ਜਿਹੜਾ ਝੰਡਾ ਹੈ, ਉਹਦਾ ਰੰਗ ਚਿੱਟਾ ਹੁੰਦਾ ਸੀ। ਉਹਨਾਂ ਦੇ ਹੱਥ ਵਿੱਚ ਵੀ ਚਿੱਟਾ ਸੀ ਵੀ ਅਸੀਂ ਤਾਂ ਜੀ ਅਮਨ ਪਸੰਦ ਲੋਕ। ਜਦੋਂ ਗੋਲੀ ਚਲਾਈ 1 ਮਈ 1886 ਨੂੰ ਤੇ ਉਹ ਮਜ਼ਦੂਰ ਡਿੱਗੇ,
ਜੀ ਝੰਡਾ ਵੀ ਨਾਲ ਡਿੱਗ ਪਿਆ। ਹੂੰ ਤੇ ਝੰਡੇ ਦੇ ਉੱਪਰ ਜਦੋਂ ਲਹੂ ਡੁੱਲ ਗਿਆ ਤੇ ਫਿਰ ਝੰਡੇ ਦਾ ਮਜ਼ਦੂਰ ਜਮਾਤ ਨੇ ਦੁਨੀਆ ਪੱਧਰ ਭਰ ਦੇ ਵਿੱਚ ਆਪਣੇ ਝੰਡੇ ਦਾ ਰੰਗ ਲਾਲ ਕਰ ਲਿਆ। ਜੀ ਔਰ ਉਦੋਂ ਤੋਂ ਲੈ ਕੇ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਦੇ ਤੌਰ ਤੇ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਹੈ। ਜੀ 8 ਘੰਟੇ ਦਾ ਉਹਨਾਂ ਨੂੰ ਇੱਕ ਕਿਸਮ ਦਾ ਕੰਸਟੀਟਿਊਸ਼ਨਲੀ ਉਹਨਾਂ ਨੂੰ ਰਾਈਟ ਦਿੱਤਾ ਸੀ। ਜੀ ਭਾਰਤ ਦੇ ਵਿੱਚ ਤਾਂ ਆਜ਼ਾਦ ਆ ਮੁਲਕ, ਇੱਥੇ ਸੰਵਿਧਾਨਕ ਤੌਰ ਤੇ ਉਹਨਾਂ ਦਾ ਕਾਨੂੰਨ ਬਣਿਆ ਹੋਇਆ। ਜੀ ਕਾਨੂੰਨ ਦੇ ਜ਼ਰੀਏ ਉਹਨਾਂ ਨੂੰ ਅਧਿਕਾਰਤ ਕੀਤਾ ਹੋਇਆ ਕਿ ਤੁਸੀਂ 8 ਘੰਟੇ ਤੋਂ ਵੱਧ ਕੰਮ ਨਹੀਂ ਕਰੋਗੇ। ਜੀ ਲੇਕਿਨ ਹੁਣ ਜਿਹੜਾ ਇਹ ਕਾਨੂੰਨ ਸਸਪੈਂਡ ਕਰਤੇ, ਇਹਦੇ ਮੁਤਾਬਕ ਉਹਨਾਂ ਤੋਂ 12-12 ਘੰਟੇ ਕੰਮ ਲੈ ਜਾਓ। ਦੱਸੋ ਮਤਲਬ ਕਿਹਾ ਇਹ ਜਾਂਦਾ ਕਿ ਲੜ ਰਹੇ ਆ ਕਰੋਨਾ ਦੇ ਖਿਲਾਫ, ਬੰਦੋਬਸਤ ਕਰੋਨਾ ਦੇ ਖਿਲਾਫ ਕਰ ਰਹੇ ਆ। ਮੈਨੂੰ ਲੱਗਦਾ ਕਰੋਨਾ ਦੀ ਆੜ ਦੇ ਵਿੱਚ ਢਿੱਲੋਂ ਸਾਹਿਬ ਬਹੁਤ ਕੁਝ ਹੋ ਗਿਆ। ਬਿਲਕੁਲ ਬਿਲਕੁਲ। ਮੈਂ ਕਹਿੰਦਾ ਸਹੀ ਮੈਨੇ ਚ ਇੱਕ ਤਾਂ ਪੁਲਿਸ ਨੂੰ ਅੰਗਰੇਜ਼ੀ ਰਾਜ ਵਰਗੀ ਖੁੱਲ੍ਹ ਦੇਤੀ ਵੀ ਜਿਹਨੂੰ ਮਰਜ਼ੀ ਢਾਲੋ, ਜਿੱਥੇ ਮਰਜ਼ੀ। ਦਹਿਸ਼ਤ ਕਰੋਨਾ ਦੇ ਰਾਜ ਦੇ ਵਿੱਚ ਇਹੋ ਜਿਹੇ ਕਾਨੂੰਨ ਲਾਗੂ ਕਰਤੇ। ਕਰੋਨਾ ਦੀ ਆੜ ਦੇ ਵਿੱਚ ਪੁਲਿਸ ਦੀ ਜਿਹੜੀ ਡਿਊਟੀ ਬਣਦੀ ਸੀਗੀ ਉਹ ਤੋਂ ਹਟਾ ਕੇ ਚੋਰੀਆਂ ਬਜ਼ਾਰੀਆਂ ਕੰਨੀਓ ਕੰਮ ਹੋ ਗਿਆ। ਕਰੋਨਾ ਦੀ ਆੜ ਦੇ ਵਿੱਚ ਮਾਈਨਿੰਗ ਵੀ ਖੁੱਲ੍ਹ ਕੇ ਚੱਲਣ ਲੱਗ ਪਈ, ਸਾਰਾ ਕੁਝ ਹੀ ਚੱਲ ਪਿਆ, ਸ਼ਰਾਬ ਵੀ ਵਿਕਣ ਲੱਗ ਪਈ। ਬਿਲਕੁਲ ਬਿਲकुल ਬਿਲकुल। ਸ਼ਰਾਬ ਵੈਸੇ ਲਾਕਡਾਊਨ ਹੈ ਹਾਂ, ਪਰ ਸ਼ਰੇਆਮ ਜਿੰਨੀ ਮਰਜ਼ੀ ਸ਼ਰਾਬ ਲੈ ਲਓ, ਜਿੱਥੋਂ ਮਰਜ਼ੀ ਲੈ ਲਓ। ਸਰਕਾਰ ਦੇ ਕੋਲੇ ਜਿਹੜਾ ਟੈਕਸ ਦੇਣਾ ਚਾਹੀਦਾ ਉਹ ਬੰਦ ਹੈ। ਔਰ ਹੁਣ ਸ਼ਰਾਬ ਦੇ ਠੇਕੇਦਾਰ ਕਹਿੰਦੇ ਆ ਜੀ ਸਾਡਾ ਟੈਕਸ ਵੀ ਮਾਫ ਕਰ ਦਿਓ। ਦੱਸੋ ਇੱਥੇ ਤਾਂ ਫਿਰ ਵੱਡੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਕਿਹੜੇ ਅਧਿਕਾਰੀਆਂ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ, ਉਹਨਾਂ ਦੀ ਨਿਗਾਹ ਸੀ ਸਾਰਾ ਕੋਈ ਠੇਕੇ ਖੁੱਲ ਰਹੇ ਨੇ। ਬਿਲਕੁਲ। ਤੇ ਜੇ ਕੋਈ ਪੁਲਿਸ ਆਪਣੇ ਪੱਤਰਕਾਰ ਉਹ ਸ਼ਿਕਾਇਤ ਕਰ ਦਿੰਦਾ ਤਾਂ ਉਹ ਕਹਿੰਦੇ ਯਾਰ ਪੱਤਰਕਾਰ ਐਵੇਂ ਸਾਨੂੰ ਉੱਥੇ ਲੌਕ ਕਰਨੇ ਪੈ ਜਾਂਦੇ, ਐਵੇਂ ਰੌਲਾ ਪਾਈ ਜਾਂਦੇ। ਹਾਂ ਨਹੀਂ, ਪੱਤਰਕਾਰਾਂ ਦਾ ਵੀ ਹੁਣ ਆਪਾਂ ਬੋਲੀ ਜਾਂਦੇ ਆ। ਮੇਰੇ ਖਿਆਲ ਜੀ ਆਹੀ ਹਾਲਤ ਰਹੀ ਤਾਂ ਕੱਲ ਨੂੰ ਸਾਡੇ ਮੂੰਹ ਤੇ ਵੀ ਛਿਕਲੀ ਚੜੂਗੀ। ਇਹ ਤਾਂ ਚੜੂਗੀ ਜੀ। ਹਾਂ, ਮੈਨੂੰ ਅੱਜ ਉੱਤਰਾਖੰਡ ਦੇ ਵਿੱਚੋਂ ਜਾਂ ਉੱਤਰ ਪ੍ਰਦੇਸ਼ ਦੇ ਵਿੱਚੋਂ ਜਿਹੜਾ ਰਾਮਪੁਰਾ ਹੈ, ਹਾਂਜੀ ਉੱਤਰਾਖੰਡ ਹੀ ਹੈ ਜੀ, ਉੱਤਰਾਖੰਡ ਦੇ ਨੇੜੇ ਹੀ ਆ ਗਿਆ। ਰਾਮਪੁਰ ਦੇ ਕੋਲੇ ਹੈ ਬਿਲਾਸਪੁਰ, ਤਰਾਈ ਏਰੀਏ ਚ ਰੁਦਰਪੁਰ ਨੂੰ ਜਾਂਦੇ ਜਦੋਂ ਰਾਹ ਉੱਥੋਂ ਇੱਕ ਸੱਜਣ ਦਾ ਫੋਨ ਆਇਆ, ਜੋਗਿੰਦਰ ਸਿੰਘ ਬਰਾੜ ਸੀ ਉਹਦਾ ਜੀ। ਉਹਦਾ ਮੈਨੂੰ ਫੋਨ ਆਇਆ, ਕਹਿੰਦਾ ਜੀ ਅਸੀਂ ਹਾਂ ਰਹਿੰਦੇ ਇੱਧਰ ਉੱਤਰ ਪ੍ਰਦੇਸ਼ 'ਚ, ਪਰ ਕਿਉਂਕਿ ਪੁਰਾਣੇ ਮਲਵਈ ਆ ਜੀ, ਦੌਦਰ ਪਿੰਡ ਦੇ ਰਹਿਣ ਵਾਲੇ ਆ। ਬਾਪੂ ਮੇਰੇ ਨੇ ਕਹਿੰਦਾ ਇੱਥੇ ਆ ਕੇ ਜ਼ਮੀਨ ਵਗੈਰਾ ਲੈ ਲਈ ਸੀ ਜੀ, ਤੇ ਸਾਡੀ ਤ੍ਰਿਪਤੀ ਹੁੰਦੀ ਹੈ ਤੁਹਾਡਾ ਪ੍ਰੋਗਰਾਮ ਸੁਣ ਕੇ। ਅੱਛਾ ਜੀ, ਕਿ ਤੁਸੀਂ ਕੀ ਕੁਝ ਕਰਦੇ ਹੋ ਜਿਹੜਾ ਉੱਥੇ ਤੁਹਾਨੂੰ ਕਿੰਨਾ ਹਾਲਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਲੋਕਾਂ ਨੂੰ, ਉਹਨਾਂ ਦੀ ਤੁਸੀਂ ਤਰਜਮਾਨੀ ਕਰਦੇ ਹੋ, ਸਾਨੂੰ ਦੱਸਦੇ ਹੋ। ਮੈਂ ਕਿਹਾ ਜੀ ਧੰਨਵਾਦ ਤੁਹਾਡਾ। ਤੇ ਮੇਰਾ ਖਿਆਲ ਹੈ ਜੀ ਹਾਲਤ ਹੋ ਗਈ ਤਾਂ ਫਿਰ ਆਪਣੇ ਗਲ 'ਚ ਵੀ ਗੁੱਠਾ ਦਿੱਤਾ ਜਾਊਗਾ, ਛਿਕਲੀ ਵੀ ਚੜਾਈ ਜਾਊਗੀ, ਇਹਨਾਂ ਨੂੰ ਨਾ ਬੋਲਣਾ ਦਿਓ, ਕਿਉਂਕਿ ਮਜ਼ਦੂਰਾਂ ਦੀ ਗੱਲ ਕਰਦੇ ਆ, ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦੇ ਆ ਜੀ। ਤੇ ਉਧਰ ਫਿਰ ਢਿੱਲੋਂ ਸਾਹਿਬ ਜਾਖੜ ਸਾਹਿਬ ਕਹਿੰਦੇ ਵੀ ਜਿਹੜੇ ਮੁੱਖ ਸਕੱਤਰ ਨੇ ਪੰਜਾਬ ਦੇ, ਉਹ ਕਹਿੰਦੇ ਭਾਈ ਐਵੇਂ ਬਾਹਲਾ ਕੁਛ ਨਾ ਕਰਨਾ ਪਵੇ, ਤੂੰ ਹੀ ਕਾਕਾ ਛੁੱਟੀ ਛੱਟੀ ਲੈ ਕੇ ਲਾਂਭੇ ਹੀ ਹੋ ਜਾ, ਆਪਣੇ ਆਪ ਹੀ ਜਿਵੇਂ ਮਰਜ਼ੀ ਕਰ। ਦੇਖੋ ਪੰਜਾਬ ਦੇ ਮੁੱਖ ਸਕੱਤਰ ਹੈ ਕਰਨ ਅਵਤਾਰ ਸਿੰਘ ਜੀ, 1984 ਬੈਚ ਹੈ ਉਹਨਾਂ ਦਾ। ਰਫੜ ਪੈ ਗਿਆ ਮੰਤਰੀਆਂ ਨਾਲ ਜੀ। ਅੰਦਰੋਂ ਹੁਣ ਗੱਲਾਂ ਕੁਛ ਹੋਰ ਆ ਰਹੀਆਂ। ਮੰਤਰੀ ਹੋਰ ਕਹਿੰਦੇ ਆ ਕਿ ਸਾਡੀ ਇੱਜ਼ਤ ਨਹੀਂ ਕੀਤੀ, ਸਾਡੀ ਸ਼ਾਨ ਦੇ ਖਿਲਾਫ ਇਹਨੇ ਕੁਝ ਇਹੋ ਜਿਹੇ, ਇਹਦੀ ਬਾਡੀ ਲੈਂਗੁਏਜ ਇਹੋ ਜਿਹੀ ਸੀ, ਇਹਦੀ ਬੋਲਬਾਣੀ ਇਹੋ ਜਿਹੀ ਸੀ ਜਿਹਨੇ ਮਤਲਬ ਜਿਹੜਾ ਹੈਗਾ ਸਾਡੀ ਆਨ ਇੱਜ਼ਤ ਨੂੰ ਠੇਸ ਮਾਰੀ ਜੀ। ਇਸ ਕਰਕੇ ਕਹਿੰਦੇ ਵੀ ਜੇ ਇਹ ਬੈਠੂਗਾ ਤਾਂ ਅਸੀਂ ਉਸ ਮੀਟਿੰਗ 'ਚ ਨਹੀਂ ਬਹਿਦੇ। ਇਹ ਮੰਤਰੀਆਂ ਨੇ ਕਹਿਤਾ। ਮੁੱਖ ਮੰਤਰੀ ਨੇ ਕਹਿਤਾ ਭਾਈ ਜੇ ਤੁਹਾਨੂੰ ਇਹ ਲੱਗਦੀ ਹੈ ਤਾਂ ਤੁਸੀਂ ਇਹ ਚੀਜ਼ ਸਾਰੀ ਰਿਕਾਰਡ ਤੇ ਲੈ ਆਓ। ਅੱਛਾ ਜੀ। ਤੇ ਕੱਲ ਰਿਕਾਰਡ ਦੇ ਉੱਤੇ ਸਾਰੀ ਇਹ ਚੀਜ਼ ਆ ਗਈ ਜੀ, ਅਸੀਂ ਨਹੀਂ ਇਹਦੇ ਨਾਲ ਬੈਠਣਾ। ਚਲੋ ਜਿਹੜਾ ਨੰਬਰ 2 ਹੈ ਜੀ, ਐਡੀਸ਼ਨਲ ਪ੍ਰਿੰਸੀਪਲ ਸੈਕਟਰੀ, ਉਹ ਚੀਫ ਸੈਕਟਰੀ ਪ੍ਰਿੰਸੀਪਲ ਨੇ, ਐਡੀਸ਼ਨਲ ਚੀਫ ਸੈਕਟਰੀ ਸਤੀਸ਼ ਚੰਦਰਾ ਜੀ, ਉਹ ਆ ਗਏ। ਉਹਨਾਂ ਨੇ ਆ ਕੇ ਮੀਟਿੰਗ ਕੰਡਕਟ ਕਰ ਲਈ। ਮੁੱਖ ਮੰਤਰੀ ਨੇ ਤਾਂ ਆਪਣਾ ਵੀਡੀਓ ਕਾਨਫਰੰਸਿੰਗ ਜਰੀਏ ਕੀਤੀ। ਜਿਹੜੀ ਗੱਲ ਤੇ ਰੌਲਾ ਪਿਆ ਸੀ ਉਹ ਗੱਲ ਵਿੱਚ ਹੀ ਛੱਡਤੀ, ਸ਼ਰਾਬ ਵਾਲੀ। ਕਹਿੰਦੇ ਜੀ ਮੁੱਖ ਮੰਤਰੀ ਆਪੇ ਫੈਸਲਾ ਕਰ ਲੇ, ਇਹਦੇ ਬਾਰੇ ਤੁਸੀਂ ਕਰ ਲਓ। ਕਹਿੰਦਾ ਕੋਈ ਨਹੀਂ, ਦੇਖਾਂਗੇ ਜੀ। ਹੁਣ ਪੰਜਾਬ ਸਰਕਾਰ ਦਾ ਆ ਗਿਆ ਕਿ ਉਹ ਅੱਧੇ ਦਿਨ ਦੀ ਛੁੱਟੀ ਲੈ ਕੇ ਗਿਆ ਸੀ। ਅੱਛਾ ਜੀ। ਇਹ ਨਹੀਂ ਕਿ ਉਹਨੂੰ ਰੋਕਿਆ ਗਿਆ, ਅੱਛਾ, ਕਿ ਉਹਨੇ ਅੱਧੇ ਦਿਨ ਦੀ ਛੁੱਟੀ ਲੈ ਲਈ ਸੀ ਪਹਿਲੇ, ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਅੱਧੇ ਦਿਨ ਦੀ ਛੁੱਟੀ ਲੈ ਕੇ ਗਿਆ ਸੀ, ਆ ਗਿਆ। ਹੁਣ ਇਹ ਕਹਿੰਦੇ ਜੀ ਅਸੀਂ ਆਉਣਾ ਨਹੀਂ। ਉਹਦੀ ਰਿਟਾਇਰਮੈਂਟ 'ਚ ਕਿੰਨਾ ਚਿਰ ਰਹਿੰਦਾ? ਸਿਰਫ 4 ਮਹੀਨੇ। 4 ਮਹੀਨਿਆਂ ਬਾਅਦ ਉਹਨੇ ਰਿਟਾਇਰਮੈਂਟ ਉਹਦੀ ਹੋ ਜਾਣੀ ਹੈ। ਤੇ ਜੇ 2-4 ਇਸ ਤਰ੍ਹਾਂ ਜੇ ਹੋਰ ਕਿੰਨੀਆਂ ਮੀਟਿੰਗਾਂ ਹੋਣਗੀਆਂ, ਉਹਦੇ ਉਹ ਛੁੱਟੀ ਫੇਰ ਲੈ ਜਾ ਕਰੂ ਤਾਂ ਕੰਮ ਤਾਂ ਫੇਰ ਕਰੀ ਜਾਊਗਾ। ਜਾਖੜ ਸਾਹਿਬ ਜਿਹੜੇ ਹੈਗੇ ਬੜੇ ਸੀਜ਼ਨਡ ਲੀਡਰ ਹੈ। ਜਾਖੜ ਦੀ ਸਥਿਤੀ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਬੰਦਾ ਜੀ, ਔਰ ਉਹ ਸਟੇਟ ਦਾ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਹੈ। ਉਹਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹਨੇ ਸਰਕਾਰ ਦੇ ਵੀ ਨਾਲ ਰਹਿਣਾ, ਉਹਨੇ ਆਪਣੀ ਪਾਰਟੀ ਦੇ ਜਿਹੜੇ ਹੈਗੇ ਵਜ਼ੀਰ ਹੈ, MLA ਹੈ, ਜ਼ਿਲ੍ਹਾ ਪ੍ਰਧਾਨ ਹੈ, ਪਾਰਟੀ ਦੇ ਵਰਕਰ ਹੈ, ਕਾਡਰ ਹੈ, ਉਹਨਾਂ ਨੂੰ ਵੀ ਨਾਲ ਰੱਖਣਾ। ਸੋ ਉਹਨੇ ਭਾਵਨਾਵਾਂ ਦੇਖ ਕੇ ਕਹਿਤਾ ਵੀ ਕਿ ਲੋੜ ਹੀ ਨਾ ਪਵੇ ਕਿ ਮੁੱਖ ਮੰਤਰੀ ਨੂੰ ਇਹ ਹਟਾਉਣਾ ਪਵੇ ਜੀ, ਕਿਉਂਕਿ ਅੱਜ ਜੋ ਸਟੇਟਮੈਂਟਸ ਆਈਆਂ ਵੱਖ-ਵੱਖ ਅਖਬਾਰਾਂ ਦੇ ਵਿੱਚ ਆਪਾਂ ਦੇਖੀਆਂ ਵਜ਼ੀਰਾਂ ਦੀਆਂ ਜੀ, ਉਹਦੇ ਤੋਂ ਪ੍ਰਭਾਵ ਇਹ ਬਣਦਾ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਕਹਿਤਾ ਕਿ ਅਸੀਂ ਹਟਾ ਦੇਂਗੇ।
ਔਰ ਇੱਕ ਅਖਬਾਰ ਦੇ ਵਿੱਚ ਅੱਜ ਫਿਰ ਜਿਹੜੇ ਸੰਭਾਵਿਤ ਹੋਣ ਵਾਲੇ ਨੇ ਉਹਨਾਂ ਦੀਆਂ ਗੱਲਾਂ ਵੀ ਆ ਗਈਆਂ। ਉਹਨਾਂ ਦੀਆਂ ਗੱਲਾਂ ਵੀ ਆ ਗਈਆਂ। ਇੱਕ ਇਹੋ ਜਿਹੇ ਬੰਦੇ ਦੀ ਵੀ ਗੱਲ ਆ ਗਈ ਜਿਹੜਾ ਆਪਣੇ ਹਲਕੇ ਦਾ ਹੀ ਹੈ ਤੇ ਜਿਹੜਾ ਬਾਦਲ ਪਰਿਵਾਰ ਦਾ ਮੁੱਛ ਦਾ ਵਾਲ ਹੈ ਜੀ। ਕਹਿੰਦੇ ਜੀ ਹੈ ਤਾਂ ਉਹ ਦਿੱਲੀ ਬੈਠਾ। ਹਾਂ, ਅਰਨ ਗੋਇਲ ਅੱਛਾ ਜੀ, ਚੀਫ ਸੈਕਟਰੀ ਦੀ ਦੌੜ ਦੇ ਵਿੱਚ ਉਹ ਵੀ ਹੈ। ਅੱਛਾ ਜੀ, ਜਿਹਦੇ ਉੱਤੇ ਕਿਹੜਾ ਤਵਾਜਾ ਵੀ ਲੱਗਿਆ ਸੀ। ਤਵਾ ਕੀ ਲੱਗਿਆ ਸੀ, ਸਾਰਾ ਕੁਝ ਹੀ ਕਰਦਾ ਸੀ ਉਹ। ਨਾਨਕ ਚੰਦ ਦਾ ਜੀ ਕੋਈ ਇਹੋ ਜਿਹਾ ਕੁਛ ਹੈ ਰਿਸ਼ਤੇਦਾਰ। ਹਾਂਜੀ, ਹਾਂ, ਕੋਈ ਰਿਸ਼ਤੇਦਾਰ ਵਗੈਰਾ ਹੈ। ਉਹ ਹੈ ਵੀ ਉਹ ਵੀ ਆ ਸਕਦਾ ਹੈ। ਇੱਕ ਕੋਈ ਸੀਰੌਲ ਹੈ ਉਹ ਵੀ ਆ ਸਕਦਾ ਹੈ। KBS ਸਿੱਧੂ ਵੀ ਹੈ। KBS ਸਿੱਧੂ ਦਾ ਨਾਂ ਕਈ ਹੋਰਾਂ ਥਾਵਾਂ ਤੇ ਵੀ ਬੋਲੀ ਜਾਂਦਾ ਜੀ। ਇਹਨਾਂ ਦੇ ਵਿੱਚੋਂ ਉਹਨਾਂ ਨੇ ਸਾਰੀ ਇਹ ਲਿਸਟ ਦੇ ਦਿੱਤੀ ਹੈ। 4 ਮਹੀਨੇ ਬੰਦੇ ਦੇ ਰਹਿੰਦੇ। ਜਾਖੜ ਸਾਹਿਬ ਨੇ ਵੀ ਨਾ ਤਾਂ ਮਰੇ, ਟੁੱਟੇ ਸੋਟਾ ਤੇ ਸੱਪ ਵੀ ਮਰ ਜੀ। ਦੋਨੇ ਗੱਲਾਂ ਹੀ ਛੱਡ ਦਿਓ ਕਿ ਬੰਦਾ ਹੈ। ਚਲੋ ਕੁਛ ਹੈ। ਕੱਲ ਆਪਾਂ ਜ਼ਿਕਰ ਵੀ ਕੀਤਾ ਸੀ ਕਿ ਸ਼ਾਇਦ ਇੱਕ MLA ਸਾਹਿਬ ਨੇ, ਰਾਜਾ ਵੜਿੰਗ ਸਾਹਿਬ ਨੇ ਇਹ ਗੱਲ ਕਹਿਤੀ ਸੀ ਵੀ ਇਹਦੀ ਪ੍ਰਾਪਰਟੀ ਜਿਹੜੀ ਹੈ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ। ਰਾਜਾ ਵੜਿੰਗ ਨੇ ਟਵੀਟ ਕੀਤਾ ਸੀਗਾ ਵੀ ਭਾਈ ਇਹ ਜਿਹੜਾ ਹੈਗਾ ਇਹਦਾ ਮੁੰਡਾ ਸ਼ਰਾਬ ਦੇ ਕਾਰੋਬਾਰ 'ਚ ਜੁੜਿਆ ਹੋਇਆ। ਤੇ ਨਾਲ ਦੀ ਨਾਲ ਹੀ ਰਾਜੇ ਵੜਿੰਗ ਨੇ ਤਾਂ ਉਨੀ ਗੱਲ ਕੀਤੀ ਤੇ ਪ੍ਰਤਾਪ ਸਿੰਘ ਬਾਜਵਾ ਦਿੱਲੀ ਬੈਠਾ ਬੋਲ ਪਿਆ। ਉਹਨਾਂ ਨੇ ਉਧਰੋਂ ਛੱਡਤਾ ਜਾ। ਉਹ ਕਹਿੰਦਾ ਜੀ ਤੁਸੀਂ ਛੇਤੀ ਕਰੋ, ਇਹਦੀ ਇਨਕੁਆਇਰੀ ਕਰਵਾਓ। ਕਨਫਲਿਕਟ ਆਫ ਇੰਟਰਸਟ ਹੈ ਜੀ। ਕਨਫਲਿਕਟ ਆਫ ਇੰਟਰਸਟ ਹੈ ਵੀ ਇਹ ਸ਼ਰਾਬ ਦਾ ਮਹਿਕਮਾ ਵੀ ਵੇਖਦਾ ਹੈ, ਪੰਜਾਬ ਦਾ ਚੀਫ ਸੈਕਟਰੀ ਵੀ ਹੈ, ਪ੍ਰਾਪਰਟੀ ਬੜੀ ਬਣਾਈ ਹੋਈ ਹੈ, ਇਹਦਾ ਜਿਹੜੀਆਂ ਮਿੱਲਾਂ ਦੇ ਵਿੱਚ ਵੀ ਹਿੱਸਾ ਹੈ, ਸ਼ਰਾਬ ਦੇ ਕਾਰੋਬਾਰ ਦੇ ਵਿੱਚ ਵੀ ਹਿੱਸਾ। ਅੱਜ ਉਹਦੀ ਸਟੇਟਮੈਂਟ ਆ ਗਈ। ਉਹ ਕਹਿੰਦਾ ਵੀ ਮੇਰਾ ਜਾਂ ਮੇਰੇ ਪੁੱਤ ਦਾ ਕਿਤੇ ਵੀ ਸ਼ਰਾਬ ਦੀ ਕਾਰੋਬਾਰ 'ਚ ਹਿੱਸਾ ਨਹੀਂ। ਜਿਹੜੀ ਰਾਜੇ ਵੜਿੰਗ ਨੇ ਕਹੀ ਸੀ ਕਿ ਉਹਦੀਆਂ ਪ੍ਰਾਪਰਟੀਆਂ ਬਹੁਤ ਹੈ, ਅੱਜ ਇੱਕ ਅਖਬਾਰ 'ਚ ਖਬਰ ਲੱਗੀ ਪਈ ਹੈ ਜੀ ਕਿ ਪ੍ਰਾਪਰਟੀਆਂ ਤਾਂ ਉਹ ਸਹਿਬੇ ਜਾਇਦਾਦ ਹੈ। ਉਹਦੇ ਕੋਲੇ ਕਹਿੰਦੇ ਵੀ ਉਹਦੇ ਕੋਲੇ ਜਿਹੜੀਆਂ ਪ੍ਰਾਪਰਟੀਜ਼ ਹੈਗੀਆਂ ਉਹ ਪ੍ਰਾਪਰਟੀਜ਼ ਦਾ ਵਕਾਇਦਾ ਉਹ ਆਪਣੀ ਲਿਖਤੀ ਤੌਰ ਦੇ ਉੱਤੇ ਸੂਚਿਤ ਕਰਦਾ ਭਾਰਤ ਸਰਕਾਰ ਨੂੰ। ਕਿਉਂਕਿ ਜਿਹੜੇ IAS ਆਫੀਸਰ ਹੈ, IPS ਆਫੀਸਰ ਹੈ, ਇਹ ਸੈਂਟਰ ਦਾ ਕਾਡਰ ਹੈ। ਜੀ। ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਕੇਂਦਰੀ ਪੋਸਟਾਂ। ਹਾਂ, ਕੇਂਦਰੀ ਪੋਸਟਾਂ। ਕੇਂਦਰੀ ਪੋਸਟਾਂ ਦੇ ਮੁਤਾਬਕ ਉਹਨਾਂ ਨੂੰ ਦੇਣਾ ਪੈਂਦਾ, ਸਾਰਾ ਕੁਝ ਦਿੱਤਾ ਹੋਇਆ। ਜਿਹੜੀ ਚੀਜ਼ ਹਿਸਾਬ ਕਿਤਾਬ ਦੇ ਵਿੱਚ ਆਈ ਹੈ ਜੀ ਉਹਨੂੰ ਆਪਾਂ ਵੈਸੇ ਵੀ ਦਾਨੇਵਾਲੀਆ ਸਾਹਿਬ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਕਰਨ ਅਵਤਾਰ ਹੈ ਕੌਣ, ਇਹ ਕਿਸ ਪਰਿਵਾਰ ਨਾਲ ਸੰਬੰਧਿਤ ਹੈ ਜੀ, ਕਿਸ ਪਰਿਵਾਰ ਨਾਲ ਇਹਦੀਆਂ ਰਿਸ਼ਤੇਦਾਰੀਆਂ। ਅੱਜ ਠੀਕ ਹੈ ਵੀ 2-3 ਫੈਮਿਲੀਆਂ ਸਾਡੀਆਂ ਮਾਲਵੇ ਦੀਆਂ ਵੱਡੀਆਂ ਫੈਮਿਲੀਆਂ, ਜਿਵੇਂ ਸਰਾਏ ਨਾਗਾ ਵਾਲੇ ਬਰਾੜ ਫੈਮਿਲੀ ਹੋ ਗਈ ਜੀ, ਇੱਧਰ ਬਾਦਲ ਫੈਮਿਲੀ ਹੋ ਗਈ। ਜੇ ਪੁਰਾਣੇ ਬੰਦਿਆਂ ਦੀ ਗੱਲ ਕਰ ਲਈਏ ਤਾਂ ਝੀਂਡ ਵਾਲੀ ਫੈਮਿਲੀ ਸੀ। ਤੇ ਤੁਹਾਡਾ ਆਹ ਕਿਹੜਾ ਪਿੰਡ ਹੈ ਨਾਲ ਹੀ ਤੁਹਾਡਾ ਜਿੱਥੋਂ ਦੇ ਹਰਪ੍ਰੀਤ ਸਿੰਘ ਸਿੱਧੂ ਹੈ ਜੀ, ਸ਼ੇਰੇ ਵਾਲਾ ਸ਼ੇਰੇ ਵਾਲਾ ਹਰਪਾਲ ਸਿੰਘ ਹੁਣੀ ਉਹ ਵੀ ਹੁੰਦੇ ਸੀਗੇ। ਪਰ ਇੱਕ ਪਿੰਡ ਹੋਰ ਵੀ ਹੈ ਉਹ ਖੁੱਡੀਆਂ ਖੁੱਡੀਆਂ ਵਾਲੇ ਜਿਹੜਾ ਸਰਦਾਰ ਗੁਰਚਰਨ ਸਿੰਘ ਸੀ ਜੀ, ਗੁਰਚਰਨ ਸਿੰਘ ਦੀ ਬੜੀ ਤੂਤੀ ਬੋਲਦੀ ਰਹੀ ਹੈ ਬਠਿੰਡੇ ਦੇ ਵਿੱਚ, ਜਿੱਥੇ ਅੱਜ ਕੱਲ੍ਹ ਮਾਲ ਬਣਿਆ ਹੋਇਆ ਹੈ, ਮਿੱਤਲ ਮਾਲ ਬਣਿਆ ਹੋਇਆ। ਇੱਥੇ ਇਹਨਾਂ ਦਾ ਉਸ ਜ਼ਮਾਨੇ 'ਚ ਮਾਲਵੇ ਦਾ ਸਭ ਤੋਂ ਵਧੀਆ ਹੋਟਲ ਜਿਹੜਾ ਹੋਟਲ ਸੀ ਪੰਜ ਰਤਨ ਵੀ ਹੁੰਦਾ ਸੀ, ਸਿਨੇਮਾ ਸਾਡੇ ਜ਼ਮਾਨੇ ਦੇ ਵਿੱਚ ਜਿਹੜਾ ਪੁਖਰਾਜ ਸਿਨੇਮਾ ਉਹ ਵੀ ਇਹਨਾਂ ਦਾ ਸੀ। ਉਹਨਾਂ ਦੇ ਮੇਰਾ ਖਿਆਲ ਹੈ ਵੀ ਸ਼ਾਇਦ ਪ੍ਰਾਪਰਟੀ ਇੰਨੀ ਜ਼ਿਆਦਾ ਸੀ ਉਹਨਾਂ ਨੇ ਆਪਣੀਆਂ ਧੀਆਂ 'ਚ ਵੀ ਵੰਡੀ ਹੈ ਜੀ, ਹਿੱਸੇ ਦੇ ਵਿੱਚ ਆਉਂਦੀ ਸੀ। ਉਹਨਾਂ ਦੀ ਪੋਤੀ ਹੈ ਇਹ, ਉਹਨਾਂ ਦੀ ਪੋਤੀ ਗੁਰਚਰਨ ਸਿੰਘ ਦੀ ਪੋਤੀ, ਚਰਨਜੀਤ ਦੀ ਬੇਟੀ ਹੈ। ਦੋ ਇਹਨਾਂ ਦੇ ਦੂਜਾ ਦਮਾਦ ਉਹਨਾਂ ਦਾ ਜਿਹੜਾ ਹੈਗਾ DS ਬੈਂਸ ਹੈ ਜਿਹੜਾ ਉਹ ਵੀ IAS ਰਿਟਾਇਰ ਹੋਇਆ ਨਾ। ਮੈਨੂੰ ਇਸ ਗੱਲ ਦਾ ਪਤਾ ਵੀ ਚਰਨਜੀਤ ਖੁੱਡੀਆਂ ਦੀ ਜੀ ਔਰ ਜਿਹੜੇ ਗੁਰਬਚਨ ਜਗਤ ਸਾਹਿਬ UPSC ਦੇ ਚੇਅਰਮੈਨ ਰਹੇ ਉਹ ਸਾਡੂ ਆਪਸ ਜੀ। ਇਸ ਕਰਕੇ ਜਿਹੜੇ ਵੱਡੇ ਖਾਨਦਾਨ ਆ ਉਹਨਾਂ ਨੂੰ ਉਹ ਲੈ ਕੇ ਹੁਣ ਫਿਰ ਮੇਰਾ ਖਿਆਲ ਆ ਵੀ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਇਹ ਹੈ ਵੀ ਹੁਣ ਕੀ ਕਰੀਏ। ਤਾਂ ਫਿਰ ਜਾਖੜ ਸਾਹਿਬ ਨੇ ਵਿੱਚ ਉਹਦੇ ਆਪ ਦਾ ਵੀ ਕਰਨ ਅਵਤਾਰ ਦੀ ਫੈਮਿਲੀ ਵੀ IAS ਤੇ ਪੁਰਾਣੇ ਹੋਣਗੇ। ਹਾਂ, ਉਹਨੇ ਫਿਰ ਇਹ ਕੱਢ ਲਿਆ ਵੀ ਕਾਕਾ ਤੂੰ ਆਪਦੇ ਆਪ ਹੀ ਛੱਡ ਦਿੱਤਾ। ਚਲੋ ਮਹੀਨੇ 4 ਰਹਿੰਦੇ ਜਿਹਨੇ 4 ਮਹੀਨੇ ਨੂੰ ਰਿਟਾਇਰ ਹੋਣਾ ਜੀ, ਪਹਿਲਾਂ ਛੱਡ ਜੂਗਾ ਤਾਂ ਕੀ ਫਰਕ ਪੈਂਦਾ ਜੀ। ਸੋ ਪ੍ਰੋਗਰਾਮ ਸ਼ਮਾਦਾਨ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਸਟੂਡੀਓ ਦੇ ਵਿੱਚੋਂ ਤੁਸੀਂ ਸੁਣ ਰਹੇ ਹੋ। ਢਿੱਲੋਂ ਸਾਹਿਬ, ਫਿਰ ਆਪਾਂ ਗੱਲ ਲੰਮੀ ਬੜੀ ਹੋ ਗਈ ਸੀ, ਲਖਣ ਪੱਡਾ ਦੇ ਖਿਡਾਰੀ ਦੀ ਗੱਲ ਵੀ ਕਰ ਲਈਏ ਜਿਹਨੂੰ ਦਿਨ ਦਿਹਾੜੇ ਗੋਲੀਆਂ ਦੇ ਨਾਲ ਕਤਲ। ਬਿਲਕੁਲ ਜੀ, ਕੌਮਾਂਤਰੀ ਪੱਧਰ ਦਾ ਕਬੱਡੀ ਖਿਡਾਰੀ ਜੀ, ਉਸ ਖਿਡਾਰੀ ਨੂੰ ਦਿਨ ਦਿਹਾੜੇ ਗੋਲੀਆਂ ਮਾਰਤੀਆਂ ਜੀ। ਮਾਰੀਆਂ ਕਿਹਨੇ ਜੀ? ਇੱਕ ਥਾਣੇਦਾਰ ਨੇ। ਔਰ ਉਹਦਾ ਕਾਰਨ ਕੀ ਹੈ? ਕਾਰਨ ਉਹਦਾ ਦੱਸਿਆ ਨਹੀਂ ਕੁਛ ਵੀ ਜੀ ਕੀ ਹੈ, ਪਰ ਉਹਦਾ ਜੇ ਆਪਾਂ ਦੇਖੀਏ ਉਹਦਾ ਨਾਂ ਹੈ ਜੀ ਅਰਵਿੰਦਰਜੀਤ ਸਿੰਘ ਜੀ। ਉਹਨੂੰ ਬਚਾਉਣ ਵਾਸਤੇ ਇੱਕ ਲੜਕਾ ਹੋਰ ਅੱਗੇ ਆਇਆ, ਉਹਦਾ ਮਿੱਤਰ ਜੀ, ਉਹਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਤਾ। ਇਹ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਾਰਾ ਕੁਝ ਹੋ ਕਿਉਂ ਰਿਹਾ ਜੀ?
ਇਹਦੇ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ? ਚਲੋ ਸਭ ਇੱਕ ਕਾਲ ਲੈ ਲਈਏ ਜ਼ਰੂਰੀ, ਇੱਕ ਮਿੰਟ। ਹੈਲੋ, ਸਤਿ ਸ਼੍ਰੀ ਅਕਾਲ ਦੰਗਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਜੀ? ਮੈਂ ਅਮਰਜੀਤ ਸਿੰਘ ਗਰੇਵਾਲ ਬੋਲਦਾ ਜੀ, ਸਿਡਨੀ ਤੋਂ। ਜੀ ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ੍ਰੀ ਅਕਾਲ ਵੀਰ ਜੀ। ਮੈਂ ਇੱਕ ਤਾਰੀਫ ਹੈਗੀ, ਤਾਰੀਫ ਕੀਤੇ ਬਿਨਾਂ ਰਹਿ ਨਹੀਂ ਜਾਂਦਾ ਜੀ। ਪਿਛਲੇ ਮੈਂ ਰੇਡੀਓ ਤੁਹਾਡਾ ਬਹੁਤ ਦੇਰ ਜਦੋਂ ਦਾ ਸ਼ੁਰੂ ਹੋਇਆ ਤਕਰੀਬਨ ਉਹਨਾਂ ਦਾ ਬਿਨ ਨਾਗਾ ਹੀ ਸੁਣਦਾ ਜੀ। ਪਿਛਲਾ ਇੱਕ ਵੀਕ ਜਿਹੜਾ ਸੀਗਾ, ਇਹ ਮੈਨੂੰ 2 ਘਟਨਾਵਾਂ ਇਹਦੇ ਵਿੱਚ ਇਹੋ ਜਿਹੀਆਂ ਆਈਆਂ ਵੀ ਜਿਹੜੀਆਂ ਮੈਂ ਦੱਸੇ ਬਿਨਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ ਜੀ। ਕਿ ਜਿਹੜੀਆਂ ਤੁਹਾਡੀਆਂ ਗੱਲਾਂ ਸੁਣ ਕੇ ਤੇ ਉਹਦੇ ਤੇ ਐਕਸ਼ਨ ਹੋਇਆ। ਅੱਛਾ ਜੀ। ਪਹਿਲੀ ਗੱਲ ਤਾਂ ਇਹ ਹੋਈ ਵੀ ਜਿੱਦਣ ਉਹ ਜਿਹੜਾ ਕਲੀਅਰ ਸਾਹਿਬ ਨੇ ਜਿੱਦਣ ਅਸਤੀਫਾ ਦਿੱਤਾ, ਉਹਨੇ ਆਪਣਾ ਛੱਡਿਆ ਕੇਸ। ਹਾਂਜੀ। ਉਹ ਸਾਰਾ ਜਦੋਂ ਚਿੱਠਾ ਢਿੱਲੋਂ ਸਾਹਿਬ ਨੇ ਤੁਸੀਂ ਖੋਲਿਆ ਨਾ, ਸਾਰਾ ਸੈਣੀ ਦਾ ਤੇ ਬਾਦਲਾਂ ਦਾ, ਹਾਂਜੀ, ਚੰਗੀ ਝੂਟੀ ਲੱਗੀ ਸੀ 10-15 ਮਿੰਟ ਹਾਂਜੀ। ਤੇ ਉਹ ਤੋਂ ਬਾਅਦ ਉਹ ਅੱਧੇ ਘੰਟੇ ਬਾਅਦ ਹੀ ਕਲੀਅਰ ਸਾਹਿਬ ਦਾ ਬਿਆਨ ਆ ਗਿਆ। ਉਹਦਾ ਛੋਟਾ ਜਿਹਾ ਕਲਿੱਪ ਪਾਇਆ 1.5 ਮਿੰਟ ਦਾ ਜੀ। ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਵੀ ਕੀਤਾ ਜਿੱਦਾਂ ਤੁਸੀਂ ਕਿਹਾ ਸੀਗਾ ਵੀ ਉੱਥੋਂ ਕੋਈ ਇਹਨੂੰ ਆਰਥਿਕ ਲਾਭ ਲੱਭਦਾ ਹੋਣਾ। ਹਾਂਜੀ ਬਿਲਕੁਲ ਜੀ, ਕਿਉਂਕਿ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਪਰਸਨ। ਬਿਲਕੁਲ, ਹਾਂ, ਤੁਸੀਂ ਕਿਹਾ ਸੀ ਨਾ ਵੀ ਆਰਥਿਕ ਲਾਭ ਉੱਥੋਂ ਕੋਈ ਮਿਲਦਾ ਹੋਣਾ, ਤਾਂ ਬਿਲਕੁਲ ਉਹਨੇ ਉਹਦਾ ਪ੍ਰਤੀਕਰਮ ਦਿੱਤਾ, ਕਹਿੰਦਾ ਜੀ ਮੈਂ ਉੱਥੋਂ ਕੋਈ ਪੈਟਰੋਲ ਦਾ ਖਰਚਾ ਨਹੀਂ ਲੈਂਦਾ ਤੇ ਮੈਂ ਹੋਰ ਕੋਈ ਲਾਭ ਨਹੀਂ ਲੈਂਦਾ। ਠੀਕ ਹੈ। ਤੇ ਦੂਜੀ ਘਟਨਾ ਇੱਕ ਹੋ ਰਹੀ, ਉਸ ਤੋਂ ਬਾਅਦ ਮੈਂ ਇੱਕ ਟੈਲੀਵਿਜ਼ਨ ਚੱਲਦਾ ਅੰਮ੍ਰਿਤਸਰੋਂ ਜੀ, ਤੇ ਉਹ ਰੰਧਾਵਾ ਸਾਹਿਬ ਚਲਾਉਂਦੇ ਨੇ, ਤੇ ਉਹਨਾਂ ਦੇ ਸ਼ੋਅ ਦੇ ਵਿੱਚ ਸੇਵਾ ਸਿੰਘ ਸੇਖਵਾਂ ਆਏ ਹੋਏ ਸੀਗੇ ਕੱਲ ਪਰਸੋਂ। ਅੱਛਾ ਜੀ। ਤੇ ਤੁਹਾਡੇ ਸ਼ੋਅ ਦੇ ਵਿੱਚ ਢਿੱਲੋਂ ਸਾਹਿਬ ਨੇ ਜਦੋਂ ਸੈਣੀ ਦੀ ਤੇ ਉਹਨਾਂ ਦੀ ਉਦੋਂ ਅਗਲੇ ਦਿਨ ਕਿਤੇ ਗੱਲ ਕੀਤੀ ਤੇ ਦੱਸਿਆ ਵੀ ਕਿਵੇਂ ਭੁੰਦਰ ਸਾਹਿਬ ਦੇ ਥਰੂ ਲਿੰਕ ਬਣਿਆ ਸੀਗਾ ਸਾਰਾ। ਮਾਨ ਸਾਹਿਬ ਦੇ ਮੈਂਬਰ ਕੈਬਨਿਟ ਇਹਨਾਂ ਦੇ ਘੱਟ ਸੀਗੇ, ਤੇ ਉਹ ਸਾਰੀ ਗੱਲਬਾਤ ਹੂ ਇਨ ਬਿਨ ਗੱਲਬਾਤ ਸੇਵਾ ਸਿੰਘ ਸੇਖਵਾਂ ਸਾਹਿਬ ਨੇ ਉਸੇ ਟੈਲੀਵਿਜ਼ਨ ਤੇ ਦੱਸੀ ਵੀ ਕਹਿਣ ਤੋਂ ਬਾਅਦ ਵੀ ਕਾਪੀ ਪੇਸਟ ਹੀ ਕਰਤੀ। ਬਿਲਕੁਲ ਜੀ, ਬਿਲਕੁਲ। ਬੇਸ਼ੱਕ ਤੁਸੀਂ ਸੁਣ ਸਕਦੇ ਜੀ। ਚਲੋ ਆਪਾਂ ਕਹਿੰਦੇ ਚਲੋ ਸੁਣਾਤੀ ਗੱਲ ਸੁਣਾਉਣੀ ਚਾਹੀਦੀ ਹੈ। ਚਲੋ ਸਾਡੇ ਤੋਂ ਸੁਣ ਕੇ ਸੁਣਾਤੀ, ਹਾਂਜੀ, ਜਿਵੇਂ ਮਰਜ਼ੀ ਸੁਣਾਤੀ, ਚਲੋ ਚੰਗੀ ਗੱਲ ਹੈ, ਗੱਲ ਪਹੁੰਚਣੀ ਚਾਹੀਦੀ ਹੈ। ਇਹ ਸ਼ੋਅ ਨੂੰ ਅਸੀਂ ਕਦੇ ਮਿਸ ਨਹੀਂ ਕਰਦੇ। ਮੇਰੇ ਵਾਂਗੂ ਹੋਰ ਬਹੁਤ ਤੁਹਾਨੂੰ ਪਤਾ ਨਹੀਂ ਸ਼ਾਇਦ ਹੋਊਗਾ ਵੀ ਕਿੰਨੇ ਪੰਜਾਬੀ ਨੇ ਜਿਹੜੇ ਪਿਆਰ ਕਰਦੇ। ਜੀ, ਧੰਨਵਾਦ ਤੁਹਾਡਾ ਜੀ, ਪਿਆਰ ਮੁਹੱਬਤ ਦੇਣ ਦੇ ਲਈ ਸ਼ੁਕਰੀਆ, ਮਿਹਰਬਾਨੀ। ਬੜੀ ਮਿਹਰਬਾਨੀ, ਧੰਨਵਾਦ ਜੀ। ਢਿੱਲੋਂ ਸਾਹਿਬ, ਆਪਾਂ ਗੱਲ ਅੱਗੇ, ਹਾਂ, ਆਪਾਂ ਜਿਹੜੀ ਗੱਲ ਕਰਦੇ ਸੀ ਕਿ ਇਹ ਕਿਉਂ ਹੈ। ਇਸ ਵੇਲੇ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਕਰਫਿਊ ਵੀ ਲੱਗਿਆ ਤੇ ਲਾਕਡਾਊਨ ਵੀ ਹੈ ਜੀ। ਔਰ ਕਰਫਿਊ ਦੇ ਦੌਰਾਨ ਸ਼ੁਰੂ ਦੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਪੁਲਿਸ ਨੇ ਬੜਾ ਡਾਂਗ ਬਹੁਤ ਫੇਰੀ ਜੀ, ਤਸ਼ੱਦਦ ਕੀਤਾ। ਉਦੋਂ ਪੁਲਿਸ ਦੀ ਨਿਖੇਧੀ ਹੋਣ ਲੱਗੀ। ਤਾਂ ਫਿਰ ਮੁੱਖ ਮੰਤਰੀ ਨੂੰ ਦਖਲ ਦੇਣਾ ਪਿਆ ਕਿ ਇਹ ਕੀ ਕਰੀ ਜਾਂਦੇ, ਇਹ ਕੀ ਕਰ ਰਹੇ ਹੋ, ਫਿਰ ਲੰਗਰ ਵੰਡਣ ਤੇ ਲਾਤੇ। ਤੇ ਫਿਰ ਨਾਲ ਦੀ ਨਾਲ ਹੀ ਪੁਲਿਸ ਦਾ ਤੁਸੀਂ ਨਜ਼ਰੀਆ ਦੇਖੋ ਕੀ ਹੈ ਜੀ। ਪੁਲਿਸ ਫਿਰ ਐਨ ਬੀਬੀ ਰਾਣੀ ਬਣ ਗਈ ਜੀ। ਚੱਕ ਲੈ ਜੀ ਡੋਲੂ ਤੇ ਬਾਲਟੀਆਂ, ਲੰਗਰ ਪਾਣੀ ਚੱਕ ਲਿਆ, ਲੋਕਾਂ ਨੂੰ ਵਰਤਾਉਣ ਲੱਗੇ। ਬਹੁਤ ਵਧੀਆ ਕੰਮ ਹੈ ਜੀ, ਅਸੀਂ ਸ਼ਲਾਘਾ ਕਰਦੇ, ਸਾਨੂੰ ਉਹਦੇ ਤੇ ਇਤਰਾਜ਼ ਕੋਈ ਨਹੀਂ, ਅਸੀਂ ਸ਼ਲਾਘਾ ਕਰਦੇ। ਪਰ ਸਵਾਲ ਫੇਰ ਉੱਠਦਾ ਹੈ ਜੀ ਕਿ ਪੁਲਿਸ ਦਾ ਇਹ ਕੰਮ ਤਾਂ ਨਹੀਂ ਵੀ ਜੇ ਕੋਈ ਬੰਦਾ ਪੁੱਛਦਾ ਵੀ ਭਾਈ ਤੁਸੀਂ ਬਾਹਰੋਂ ਬੰਦੇ ਆਏ ਹੋ, ਕਿਵੇਂ ਆਏ ਹੋ। ਸਾਡੇ ਇੱਥੇ ਪਿੰਡ ਦੇ ਵਿੱਚ ਟੂਰਨਾਮੈਂਟ ਹੋਈ ਜਾਂਦਾ, ਅਸੀਂ ਬਾਹਰਲੀ ਬੰਦਿਆਂ ਨੂੰ ਆਉਣ ਨਹੀਂ ਦਿੰਦੇ, ਨਸ਼ਿਆਂ ਪੱਤਿਆਂ ਦੀਆਂ ਸ਼ਿਕਾਇਤਾਂ ਆ ਰਹੀਆਂ ਜੀ, ਤੁਸੀਂ ਆਪਦੀ ਆਇਡੈਂਟੀਫਿਕੇਸ਼ਨ ਦੇ ਉਹਨੂੰ ਗੋਲੀ ਮਾਰ ਦਿਓ। ਜਾਂ ਇਵੇਂ ਜਿਵੇਂ ਤੁਸੀਂ ਦੇਖੋ ਨਾ ਖੰਨੇ ਦੇ ਵਿੱਚ ਜੀ, ਖੰਨੇ ਦੇ ਵਿੱਚ 2 ਪਿਓ ਪੁੱਤਾਂ ਨੂੰ ਕਿਤੇ ਬੰਦ ਕੀਤਾ ਜੀ, ਬੰਦ ਕਰਕੇ ਉਹਨਾਂ ਨੂੰ ਜਲੀਲ ਕੀਤਾ, ਕੱਪੜੇ ਲਹਾ ਕੇ ਇੱਕ ਦੂਜੇ ਦੇ ਸਾਹਮਣੇ ਨੂੰ ਟੌਰਚਰ ਕੀਤਾ। ਹਾਂਜੀ, ਉਹਨਾਂ ਦੀ ਵੀਡੀਓ ਵੀ ਬਣਾਈ ਗਈ ਔਰ ਉਹ ਵੀਡੀਓ ਫਿਰ ਜਿਹੜੀ ਹੈਗੀ ਹੈ ਕਈ ਮਹੀਨਿਆਂ ਬਾਅਦ ਉਹ ਜਨਤਕ ਹੋ ਗਈ, ਬਾਹਰ ਆ ਗਈ। ਬਾਹਰ ਆਉਣ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਜਿਸ ਇੰਸਪੈਕਟਰ ਨੇ ਕੀਤਾ ਉਹਦੇ ਖਿਲਾਫ ਤੁਰੰਤ ਕਾਰਵਾਈ ਹੁੰਦੀ, ਸਖਤ ਕਾਰਵਾਈ ਹੁੰਦੀ ਜੀ। ਹੋਇਆ ਕੀ ਜੀ, ਉਹਦੀ ਉਸ ਰੇਂਜ ਚੋਂ ਬਦਲੀ ਕਰਕੇ ਤੇ ਫਿਰੋਜ਼ਪੁਰ ਰੇਂਜ ਭੇਜਤਾ। ਇਹ ਅਸਲ ਦੇ ਵਿੱਚ ਜਿਹੜੀ ਗੱਲ ਦੇਖੀ ਆ, ਪਤਾ ਇਹਦੀ ਜਿਹੜੀ ਹੈ ਨਾ ਜੜ ਬੜੀ ਪੁਰਾਣੀ ਹੈ। ਤੁਹਾਡੇ ਧਿਆਨ ਚ ਹੋਣਾ ਕਿ ਪਿਛਲੀ ਜਿਹੜੀ 10 ਸਾਲਾਂ ਦੀ ਸਰਕਾਰ ਸੀ ਪਹਿਲੀ, ਉਦੋਂ 2 ਕਿਸਮ ਦੀ ਗੱਲ, ਇੱਕ ਤਾਂ MLA ਤਾਂ ਚਲੋ ਰਾਜ ਕਰਦੇ ਆ, ਰਾਜ ਕਰਦੀ ਪਾਰਟੀ ਦੇ ਉਹਨਾਂ ਦੀ ਪੁੱਛਗਿੱਛ ਹੁੰਦੀ ਹੈ। ਜਿੱਥੋਂ ਰਾਜ ਕਰਦੀ ਪਾਰਟੀ ਦੇ ਬੰਦੇ ਹਾਰ ਗਏ ਸੀ ਉਹਨਾਂ ਨੂੰ ਹਲਕਾ ਇੰਚਾਰਜ ਬਣਾਤਾ ਸੀ। ਉਹ ਹਲਕੇ ਇੰਚਾਰਜ ਨੂੰ ਦਿੱਤੀਆਂ ਪਾਵਰਾਂ ਕਿ DSP ਵੀ ਜਿਹਨੂੰ ਮਰਜ਼ੀ ਤੁਸੀਂ ਲਵਾ ਲਓ, ਉਹ ਤਾਂ ਜਿੱਤੇ ਹੋਏ MLA ਤੋਂ ਵੱਧ ਪਾਵਰਫੁਲ ਸੀ। ਹਾਂਜੀ, SDM ਵੀ ਤੁਸੀਂ ਲਵਾ ਲਓ, ਥਾਣੇਦਾਰ SHO ਵੀ ਤੁਸੀਂ ਲਵਾ ਲਓ, ਸਾਰਾ ਕੁਛ ਕਰ ਲਿਆ। ਜਦੋਂ ਇਹ ਸਰਕਾਰ ਆਈ, ਕੈਪਟਨ ਸਾਹਿਬ ਨੇ ਕਿਹਾ ਸੀ
ਮਨਪ੍ਰੀਤ ਸਿੰਘ ਬਾਦਲ ਨੇ ਉਚੇਚੇ ਤੌਰ ਤੇ ਮੈਨੀਫੈਸਟੋ ਤਿਆਰ ਕੀਤਾ ਸੀ ਜੀ ਕਿ ਜੀ VIP ਕਲਚਰ ਵੀ ਖਤਮ ਕਰ ਦੇਂਗੇ ਤੇ ਅਸੀਂ ਆ ਜਿਹੜਾ ਹਲਕਾ ਇੰਚਾਰਜ ਵਾਲਾ ਕਲਚਰ ਆ ਇਹ ਵੀ ਖਤਮ ਕਰ ਦੇਂਗੇ। ਜੀ ਪਰ ਅਜੇ ਤੱਕ ਇਹ ਸਾਰਾ ਕੁਝ ਚੱਲੀ ਜਾਂਦਾ। ਇਹਦੇ ਨਾਲ ਹੁੰਦਾ ਕੀ ਹੈ ਕਿ ਪੁਲਿਸ ਦਾ ਰਾਜਨੀਤੀਕਰਨ ਹੋ ਰਿਹਾ। ਅਸਲ ਬਿਮਾਰੀ ਜਿਹੜੀ ਸਭ ਤੋਂ ਵੱਡੀ ਹੈ, ਅਸੀਂ ਨਹੀਂ ਕਹਿੰਦੇ ਪੁਲਿਸ ਵਾਲੇ ਸਾਰੇ ਮਾੜੇ ਆ, ਪੁਲਿਸ ਵਾਲੇ ਬਹੁਤ ਵਧੀਆ ਬੰਦੇ ਆ, ਬੜੇ ਵਧੀਆ ਚੰਗਾ ਕੰਮ ਕਰਦੇ ਆ, ਲੇਕਿਨ ਆ ਜਿਹੜਾ ਰਾਜਨੀਤੀਕਰਨ ਹੁੰਦਾ ਹੈ, ਰਾਜਨੀਤਿਕ ਲੋਕ ਪੁਲਿਸ ਨੂੰ ਆਪਦੇ ਵਾਸਤੇ ਵਰਤਦੇ ਤੇ ਫਿਰ ਜਿਹੜੇ ਮੇਰੇ ਵਰਗੇ ਵਿੱਚ ਪੁਲਿਸ ਦੇ ਹੁੰਦੇ ਜੀ ਉਹ ਕਹਿੰਦੇ ਵੀ ਤੱਤੇ ਤੰਦੂਰ ਤੇ ਆਪਾਂ ਵੀ ਰੋਟੀਆਂ ਸੇਕ ਲਈਏ, ਲਾ ਲਈਏ, ਉਹ ਵੀ ਲਾ ਲੈਂਦੇ। ਸੋ ਇਹ ਘਟਨਾ ਜਿਹੜੀ ਲਖਣ ਕੇ ਪੱਡੇ ਵਾਲੀ ਹੈ, ਲਖਣ ਕੇ ਪੱਡੇ ਵਾਲੀ ਘਟਨਾ ਨੂੰ ਅਸੀਂ ਇਸ ਸਾਰੇ ਘਟਨਾ ਜਿਹੜਾ ਹੈਗਾ ਐਪੀਸੋਡ ਉਹਦੇ ਨਾਲ ਤੋੜ ਕੇ ਨਹੀਂ ਦੇਖ ਸਕਦੇ ਜੀ, ਕਿਉਂਕਿ ਅਸਲ ਦੇ ਵਿੱਚ ਮਾਨਸਿਕਤਾ ਹੀ ਇਹੋ ਜਿਹੀ ਬਣ ਗਈ ਕਿ ਜੇ ਕੋਈ ਥੋੜਾ ਜਿਹਾ ਮੂਹਰੋਂ ਕੋ ਕਹਿੰਦਾ ਜੀ ਭਾਈ ਸਾਹਿਬ ਤੁਸੀਂ ਇਹ ਕੰਮ ਕਿਉਂ ਕੀਤਾ, ਉਹ ਕਹਿੰਦੇ ਵੀ ਤੂੰ ਸ਼ਬਦ ਕਿਉਂ ਮੈਨੂੰ ਪੁੱਛਿਆ ਕਿਵੇਂ ਕਿਉਂ ਹੈ, ਉਹਦੇ ਤੇ ਫਿਰ ਜਿਹੜੀ ਹੈਗੀ ਹੈ ਡੰਡਾ ਪਰੇਡ ਵਾਲੀ ਗੱਲ ਕਰਨੀ ਹੈ, ਜਿਹੜੀ ਪੁਲਿਸਿੰਗ ਹੈ। ਜਿਵੇਂ ਅਸੀਂ ਦੇਖੀਏ, ਆਪਾਂ ਤੁਸੀਂ ਵੀ ਜਾ ਕੇ ਆਏ, ਮੈਂ ਵੀ ਬਾਹਰ ਜਾ ਕੇ ਆਇਆ, ਬਾਹਰਲੇ ਮੁਲਕਾਂ ਦੇ ਵਿੱਚ ਕੀ ਹੁੰਦਾ, ਉੱਥੇ ਪੁਲਿਸ ਵਾਲੇ ਬੜੀ ਤੁਹਾਨੂੰ ਤਹਿਜੀਬ ਦੇ ਨਾਲ ਮਿਲਦੇ ਜੀ, ਪਰ ਜੇ ਕੋਈ ਬੰਦਾ ਕਾਨੂੰਨ ਨੂੰ ਹੱਥ ਲਾਉਂਦਾ ਹੈ, ਕਾਨੂੰਨ ਦੀ ਉਲੰਘਣਾ ਕਰਦਾ ਤਾਂ ਭੜਕਾ ਵੀ ਦਿੰਦੇ ਹੋ ਜੀ। ਇਹ ਤਾਂ ਇੱਕੋ ਹੀ ਬੰਦਾ ਹੁੰਦਾ ਜਿਹੜਾ ਰੈੱਡ ਲਾਈਟਾਂ ਲਾ ਕੇ ਆਪਣੀ ਗੱਡੀ ਲਾ ਕੇ ਤੇ ਰੋਕ ਲੈਂਦਾ ਜੀ। ਹਰ ਬੰਦਾ ਆਪਣੀ ਗੱਡੀ 'ਚ ਬੈਠਾ ਰਹਿੰਦਾ, ਜੇ ਬੰਦਾ ਗੱਡੀ 'ਚੋਂ ਬਾਹਰ ਨਿਕਲਦੀ ਗੱਲ ਗੋਲੀ ਵੀ ਮਾਰ ਦਿੰਦੇ ਨੇ, ਪਰ ਉਹ ਐ ਨਹੀਂ ਨਫ਼ਰਤ ਦੇ ਪਾਤਰ ਨਹੀਂ ਬਣੇ, ਲੋਕ ਉਹਨਾਂ ਦੀ ਮਦਦ ਵੀ ਕਰਦੇ ਹਾਂ ਵੀ ਹਾਂ ਸਾਡੇ ਬੰਦੇ ਨੇ ਠੀਕ ਕੀਤੀ। ਸੋ ਇਹ ਜਿਹੜਾ ਲਖਣ ਕੇ ਪੱਡੇ ਦੇ ਵਿੱਚ ਹੋਇਆ ਹੋਇਆ ਹੈ ਜਾਂ ਜੋ ਖੰਨੇ ਵੀ ਹੋਇਆ ਹੋਇਆ, ਇਹ ਉਸ ਮਾਨਸਿਕਤਾ ਦਾ ਹਿੱਸਾ ਹੈ ਜੀ। ਮਤਲਬ ਹੁਣ ਲੋੜ ਇਸ ਗੱਲ ਦੀ ਹੈ ਕਿ ਪੁਲਿਸ ਦਾ ਆਧੁਨਿਕੀਕਰਨ ਕਰਕੇ ਪੁਲਿਸ ਦਾ ਜਿਹੜਾ ਕੰਮ ਹੈ ਇਹਨੂੰ ਉਸੇ ਜੋਗਰਾ ਹੀ ਰਹਿਣ ਦਿਓ, ਇਹ ਤੋਂ ਉਹੀ ਕੰਮ ਲਓ ਜਿਹੜਾ ਬਣਦਾ, ਜਿਹੜਾ ਇਹ ਤੋਂ ਬਣਦਾ ਹੈ, ਜਿਹੜਾ ਕੰਮ ਇਹਨਾਂ ਦੀ ਜਿਹੜੀ ਹੈਗੀ ਤੁਸੀਂ ਸੁਧਾਰ ਕਰੋ ਇਹਨਾਂ ਦੇ ਕੰਮ 'ਚ ਜੀ, ਕਿ ਇਹ ਲੋਕਾਂ ਦੇ ਨਾਲ ਫਰੈਂਡਲੀ ਰਿਸ਼ਤੇ ਬਣਾਉਣ, ਤੇ ਜੇ ਤੁਸੀਂ ਕਿੜਕੱਢਣ ਵਾਸਤੇ ਉਹਨਾਂ ਨੂੰ ਇਸਤੇਮਾਲ ਕਰੋਗੇ ਤਾਂ ਫਿਰ ਉਹ ਵੀ ਕਰਨਗੇ ਜੀ। ਚਲੋ ਸਭ ਇਹ ਤਾਂ ਚਰਚਾ ਮੈਂ ਕੱਲ ਨੂੰ ਇੱਕ ਹੋਰ ਕਰਾਂਗੀ ਗੱਲ ਵੀ ਪੁਲਿਸ ਆਪ ਦਾ ਕੰਮ ਜਿਹੜਾ ਹੈਗਾ ਨਾ ਉਹ ਛੱਡ ਕੇ ਕੁਝ ਹੋਰ ਕੰਮਾਂ ਤੇ ਵੀ ਲੱਗ ਗਈ ਅਫਸਰਸ਼ਾਹੀ ਹੈ ਜੀ। ਚੋਰੀਆਂ ਚਕਾਰੀਆਂ ਦਾ ਫੜਨੀਆਂ ਕੀ ਹੈ ਜੀ, ਆਪਣੇ ਆਪ ਦੇ ਹੀ ਇੱਕ ਚਲੋ ਕੱਲ ਨੂੰ ਉਹਦਾ ਖੁਲਾਸਾ ਕਰਾਂਗੇ। ਬਿਲਕੁਲ ਬਿਲਕੁਲ। ਸੋ ਡਾਕਟਰੀ ਅਮਲੇ ਦੀ ਗੱਲ ਕਰ ਲਈਏ ਫਿਰ ਥੋੜੀ ਜਾਂਦੇ ਜੀ। ਉਹ ਵੀ ਤੇ ਪੁਲਿਸ ਵੀ ਜਿਹੜੀ ਹੈਗੀ ਹੈ, ਫਿਰ ਪੁਲਿਸ ਦਾ ਚੰਗਾ ਪੱਖ ਵੀ ਵਿਚਾਰਿਆਂ ਨੂੰ ਕਿਸੇ ਸ਼ਾਬਾਸ਼ੀ ਵੀ ਦੇ ਦਈਏ, ਜਿਹੜੇ ਨਾਕਿਆਂ ਦੇ ਖੜੇ ਆ ਕਈ ਬੰਦੇ ਵੀ, ਉਹ ਵੀ ਕਰੋਨਾ ਦੇ ਮਾਰੇ ਠਾ ਗਏ ਜੀ। ਬਿਲਕੁਲ ਜੀ, ਪੁਲਿਸ ਵਾਲੇ ਵੀ ਤੇ ਡਾਕਟਰੀ ਅਮਲਾ ਵੀ। ਇਹਦੇ 'ਚ ਅਸੀਂ ਇਹੀ ਗੱਲ ਕਰਦੇ ਹਾਂ ਕਿ ਸਾਰੇ ਨਹੀਂ ਜੀ। ਹੁਣ ਤੁਸੀਂ ਇਸ ਵੇਲੇ ਦੇਖੋ ਜੋ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਕਿ ਰੋਪੜ ਦੇ ਵਿੱਚ SMO ਸਮੇਤ 3 ਡਾਕਟਰ ਆ ਜਿਹੜੇ ਜੀ ਉਹ ਪੋਜ਼ਿਟਿਵ ਆ ਗਏ। SMO ਸਮੇਤ 13 ਹੈਲਥ ਵਰਕਰ ਪੋਜ਼ਿਟਿਵ ਆ ਗਏ ਜੀ। ਜਲੰਧਰ ਦੇ ਵਿੱਚ 2 ਤੇ ਫਤਿਹਗੜ੍ਹ ਸਾਹਿਬ ਦੇ ਵਿੱਚ 1 ਡਾਕਟਰ ਜਿਹੜਾ ਹੈ ਜੀ ਉਹ ਪੋਜ਼ਿਟਿਵ ਆ ਗਿਆ ਜੀ। ਪੰਜਾਬ ਪੁਲਿਸ ਦਾ ਇੱਕ DSP ਵੀ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹਾਂਜੀ। ਔਰ DMC ਦਾ ਇੱਕ ਵਾਰਡ ਬੋਏ ਹੈ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ, ਤੇ ਨਤੀਜਾ ਕੀ ਹੋਇਆ ਕਿ ਉਹਦੇ ਸੰਪਰਕ ਵਿੱਚ ਜਿੰਨਾ ਵੀ ਡਾਕਟਰੀ ਅਮਲਾ ਆਇਆ ਸੀ, ਚਾਹੇ ਡਾਕਟਰ ਸੀ, ਚਾਹੇ ਨਰਸਿੰਗ ਸਟਾਫ ਸੀ, ਚਾਹੇ ਕੋਈ ਵੀ ਸੀ, 100 ਦੇ ਕਰੀਬ ਬੰਦਿਆਂ ਨੂੰ ਇਕਾਂਤਵਾਸ 'ਚ ਭੇਜਤਾ। ਅੱਛਾ ਜੀ। ਸਾਡੇ ਆਪਣੇ ਜੇ ਖਿੱਤੇ ਦੇ ਵਿੱਚ ਆਪਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਬੁਢਲਾਡੇ ਦੇ ਵਿੱਚ ਜਿਹੜੀ ਹੈਗੀ ਹੈ ਕਰੋਨਾ ਵਾਇਰਸ ਦੇ ਕੇਸ ਲੱਭੇ ਹਾਂਜੀ, ਕਿਉਂਕਿ ਤਬਲੀਗੀ ਜਮਾਤ ਵਾਲੇ ਜਿਹੜੇ ਲੋਕ ਇੱਥੇ ਆਏ ਸੀ ਉਹਨਾਂ ਨੂੰ ਜਦੋਂ ਲਿਆ ਆਪਣੇ ਮਾਰਚ ਹਾਂ ਲੈ ਕੇ ਉਹਨਾਂ ਨੂੰ ਵੀ ਇਹਨਾਂ ਨੂੰ ਕਰਾਈਏ, ਆਪਾਂ ਕੁਆਰੰਟੀਨ ਕਰਾਈਏ, ਜਾਂਚ ਕਰਵਾਈਏ, ਕੁਛ ਉਹਨਾਂ ਦੇ ਵਿੱਚੋਂ ਆ ਵੀ ਗਏ ਬੰਦੇ। ਉਹ ਬੁਢਲਾਡੇ ਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਸੀ ਉੱਥੇ। ਹੁਣ ਪਤਾ ਇਹ ਲੱਗਿਆ ਜੀ ਕਿ ਭਾਵੇਂ ਤਬਲੀਗੀ ਜਮਾਤ ਵਾਲੇ ਤਾਂ ਰਾਜੀ ਖੁਸ਼ੀ ਹੋ ਕੇ ਇਲਾਜ ਕਰਾ ਕੇ ਘਰਾਂ ਨੂੰ ਚਲੇ ਗਏ, ਉਹਦਾ ਲੋਕਾਂ ਨੂੰ ਪਲਾਜ਼ਮੇ ਦੇਈ ਜਾਂਦੇ ਹਾਂਜੀ, ਉਹ ਪਲਾਜ਼ਮੇ ਦੇਈ ਜਾਂਦੇ ਆ। ਪਰ ਬੁਢਲਾਡਾ ਦੇ ਜਿਹੜੇ 12 ਵਿਅਕਤੀ ਹੈ ਜਿਹਦੇ ਵਿੱਚ ਕੁਛ ਪੁਲਿਸ ਵਾਲੇ ਵੀ ਹੈ ਉਹ ਪੋਜ਼ਿਟਿਵ ਆ ਗਏ ਜੀ। ਨਤੀਜਾ ਕੀ ਹੋਇਆ ਕਿ ਬੁਢਲਾਡਾ ਦਾ ਜਿਹੜਾ ਸ਼ਹਿਰੀ ਥਾਣਾ ਉਹ ਪਬਲਿਕ ਲਈ ਬੰਦ ਕਰਤਾ ਜੀ, ਔਰ ਕੰਮ ਕਾਜ ਚਲਾਉਣ ਵਾਸਤੇ DSP ਦੇ ਦਫ਼ਤਰ ਦੇ ਵਿੱਚ ਹੁਣ ਕੰਮ ਚੱਲਦਾ ਜੀ। ਅੱਛਾ ਜੀ। ਸ਼ਹਿਰੀ ਵਾਸਤੇ ਇਹ ਜਿਹੜੀ ਸਥਿਤੀ ਹੈ। ਹੁਣ ਜੇ ਆਪਾਂ ਦੇਖੀਏ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕਵਰ ਵੀ ਕਰਕੇ ਆਏ ਹੋ ਕਿ ਮਾਨਸਾ ਦੇ ਵਿੱਚ ਜਿਹੜੀ ਹੈਗੀ ਹੈ ਪੁਲਿਸ ਜੀ, ਹਾਲਾਂਕਿ ਹੈ ਉਹ ਵੀ ਜਿਹੜੀ ਹੈਗੀ ਜਿਹੜੀ ਸੋਸ਼ਲ ਰਿਸਪੌਂਸਿਬਿਲਿਟੀ ਵੀ ਹੈ, ਤੇ ਨਾਲ ਕਰੋਨਾ ਤੋਂ ਬਜ਼ੁਰਗ ਬੰਦਿਆਂ ਨੂੰ ਕਿਵੇਂ ਬਚਾਉਣਾ ਉਹ ਵੀ ਕੰਮ ਹੈ। ਇਹਦੇ ਲਈ ਵੀ ਜਿਹੜੇ ਉੱਥੋਂ ਦੇ SSP ਹੈ ਡਾਕਟਰ ਭਾਰਗਵ, ਨਰਿੰਦਰ ਭਾਰਗਵ, ਉਹਨਾਂ ਨੇ ਉਹ ਦੇਖ ਕੇ ਕਿ ਆ ਬਜ਼ੁਰਗ ਬੰਦੇ ਕਿਉਂ ਖੜੇ ਲਾਈਨਾਂ ਦੇ ਵਿੱਚ ਜੀ, ਦੇਖਿਆ ਜੀ ਤਾਂ ਪੈਨਸ਼ਨ ਵਾਲੇ, ਫਿਰ ਕਿਉਂ ਪੈਨਸ਼ਨ ਵਾਲੇ ਇੱਥੇ ਖੜੋਤੇ, ਪੈਨਸ਼ਨਾਂ ਘਰੇ ਕਿਉਂ ਨਹੀਂ ਆਉਂਦੀਆਂ? ਹਿੰਮਤ ਕੀਤੀ, ਜਿਹੜਾ ਉਹਨਾਂ ਦਾ
ਅਮਲਾ ਸੀ। ਮੈਨੇਜਰ ਸੀ, ਲੋਕਲ ਜਿਹੜਾ ਮੈਨੇਜਰ ਸੀ, ਉਸ ਮੈਨੇਜਰ ਨਾਲ ਗੱਲਬਾਤ ਕੀਤੀ, ਉਹਦੇ ਨਾਲ ਗੱਲਬਾਤ ਕਰਕੇ ਕੁਝ ਅਮਲਾ ਨਾਲ ਲੈ ਕੇ ਪੁਲਿਸ ਵਾਲੇ ਨਾਲ ਭੇਜ ਕੇ ਇਹ ਕੀਤਾ ਕਿ ਬਜ਼ੁਰਗਾਂ ਨੂੰ ਖੜਨਾ ਨਾ ਪਵੇ, ਧੁੱਪ ਨਾ ਪਵੇ, ਉਹਨਾਂ ਨੂੰ ਘਰੋਂ ਘਰੀ ਪੈਨਸ਼ਨਾਂ ਦਿੱਤੀਆਂ ਜਾਣ ਜੀ। ਹੁਣ ਉੱਥੇ ਇਹ ਕਰਦੇ ਜਿਹੜੇ ਇਹੋ ਜਿਹੇ ਪੁਲਿਸ ਵਾਲੇ ਇਹਨਾਂ ਦੀ ਪ੍ਰੇਜ ਵੀ ਕਰਨੀ ਬਣਦੀ, ਔਰ ਉਹ ਵਿਚਾਰੇ ਕਿਸੇ ਹੋਰ ਨੂੰ ਬਚਾਉਂਦੇ ਆਪ ਜਿਹੜੇ ਹੈ ਉਹ ਇਨਫੈਕਟਡ ਹੋਏ ਹੈ ਜੀ। ਸਗੋਂ ਇਹੋ ਜਿਹੇ ਜਿਹੜੇ ਡਿਊਟੀ ਕਰਦੇ ਇਮਾਨਦਾਰੀ ਨਾਲ, ਉਹਨਾਂ ਨਾਲ ਸਾਡੀਆਂ ਹਮਦਰਦੀਆਂ ਵੀ ਹੈ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਜੀ, ਅਤੇ ਮੇਰੀ ਗੁਜ਼ਾਰਿਸ਼ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਰੇਡੀਓ ਪੰਜਾਬ ਟੂਡੇ ਨੂੰ ਇਸੇ ਤਰ੍ਹਾਂ ਪਿਆਰ ਮੁਹੱਬਤ ਦਿੰਦੇ ਰਹੋ। ਨਾਲੇ ਰੇਡੀਓ ਪੰਜਾਬ ਟੂਡੇ ਦਾ YouTube ਚੈਨਲ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਜੀ, ਜਿਹੜੇ ਇਸ ਵਕਤ ਜਿੰਨੇ ਵੀਰ ਸੁਣ ਰਹੇ ਨੇ, YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਰੇਡੀਓ ਪੰਜਾਬ ਟੂਡੇ ਜਦੋਂ ਪਾਓਗੇ ਤੁਹਾਨੂੰ ਹੁਣ ਤੋਂ ਕੁਛ ਦੇਰ ਬਾਅਦ ਸਾਰੇ ਪ੍ਰੋਗਰਾਮ ਉੱਥੇ ਸੁਣਨ ਨੂੰ ਵੀ ਮਿਲਣਗੇ। ਕਮੈਂਟ ਵੀ ਕਰਿਆ ਕਰੋ, ਸਾਡੀ ਹੌਸਲਾ ਅਫਜ਼ਾਈ ਵੀ ਕਰਿਆ ਕਰੋ, ਕਿਉਂਕਿ 1 ਲੱਖ ਦਾ ਆਪਾਂ ਟੀਚਾ ਪੂਰਾ ਕਰਨਾ, ਅਤੇ ਹੁਣ ਤਾਂ ਸਾਰਾ 1000-1200 ਰਹਿ ਗਿਆ। ਅਤੇ ਹਿੰਮਤ ਮਾਰੋ, ਸ਼ਾਇਦ ਸੁਣਦੇ ਹੀ ਜੇਕਰ ਤੁਸੀਂ ਕਰਦੇ ਹੋ ਤਾਂ ਹੋ ਸਕਦਾ ਲੱਖ ਦਾ ਟੀਚਾ ਪੂਰਾ ਹੋ ਜਾਏ ਅਤੇ ਆਪਾਂ ਇੱਥੇ ਹੀ ਤੁਹਾਨੂੰ ਵਧਾਈਆਂ ਦੇ ਦਈਏ। ਸੋ ਕੋਸ਼ਿਸ਼ ਕਰੋ ਜੀ ਬ੍ਰੇਕ ਦੇ ਵਿੱਚ, ਅਤੇ ਤੁਸੀਂ ਜੇਕਰ ਕਰ ਸਕਦੇ ਹੋ ਤਾਂ। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814 32345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। Address 2201 South Union Avenue, Bakersfield, California 93307। Union Village। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814 32345। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ।